ਅਮਰਜੀਤ ਕੌਂਕੇ ਦੀ ਪੁਸਤਕ ਹੈ ਮਖਮਲ ਦੇ ਪੱਤੇ। ਲੋਕ ਕਥਾਵਾਂ ਹਨ। ਇਸ ਵਿੱਚ ਪਹਿਲੀ ਲੋਕ ਕਥਾ ਹੈ ਬੰਗਾਲ ਦੀ। ਕਹਾਣੀ ਦਾ ਨਾਮ ਹੈ ਚਾਂਦੀ ਦੇ ਵਾਲਾਂ ਵਾਲੀ ਬੁੱਢੀ। ਇੱਕ ਪਿੰਡ 'ਚ ਇੱਕ ਗੋਸਵਾਮੀ ਨਾਂ ਦਾ ਇੱਕ ਬੰਦਾ ਰਹਿੰਦਾ ਸੀ। ਉਹਦੀਆਂ 2 ਘਰਵਾਲੀਆਂ ਸਨ। ਦੋਹਾਂ ਘਰਵਾਲੀਆਂ ਦੇ ਇੱਕ ਇੱਕ ਧੀ ਸੀ। ਵੱਡੀ ਘਰਵਾਲੀ ਦੀ ਕੁੜੀ ਦਾ ਨਾਂ ਸੁਖੀਆ ਸੀ ਤੇ ਛੋਟੀ ਘਰਵਾਲੀ ਦੀ ਕੁੜੀ ਦਾ ਨਾਂ ਦੁਖੀਆ ਸੀ। ਸੁਖੀਆ ਤੇ ਉਹਦੀ ਮਾਂ ਦੋਵੇਂ ਬਹੁਤ ਚਲਾਕ ਸਨ। ਉਹ ਆਪ ਸਾਰਾ ਦਿਨ ਖਾਣ ਪੀਣ 'ਚ ਤੇ ਸਜਣ ਸਜਾਉਣ 'ਚ ਬਤੀਤ ਕਰਦੀਆਂ, ਜਦ ਕਿ ਦੁਖੀਆ ਤੇ ਉਹਦੀ ਮਾਂ ਘਰ ਦਾ ਕੰਮਕਾਰ ਕਰਦੀਆਂ। ਕੰਮਕਾਰ ਵਿੱਚੋਂ ਜਿਹੜਾ ਸਮਾਂ ਵਿਹਲਾ ਨਿਕਲਦਾ, ਉਸ ਸਮੇਂ 'ਚੋਂ ਚਰਖਾ ਕੱਤਦੀਆਂ ਤੇ ਸੂਤ ਬਣਾਉਂਦੀਆਂ। ਇੱਕ ਦਿਨ ਅਚਾਨਕ ਗੋਸਵਾਮੀ ਰੱਬ ਨੂੰ ਪਿਆਰਾ ਹੋ ਗਿਆ। ਸੁਖੀਆ ਤੇ ਉਹਦੀ ਮਾਂ ਨੇ ਗੋਸਵਾਮੀ ਦੇ ਪਰਲੋਕ ਸਿਧਾਰਦੇ ਹੀ ਦੁਖੀਆ ਤੇ ਉਹਦੀ ਮਾਂ ਨੂੰ ਘਰੋਂ ਕੱਢ ਦਿੱਤਾ। ਦੁਖੀਆ ਤੇ ਉਹਦੀ ਮਾਂ ਨੂੰ ਖਾਣ ਲਈ ਮੁੱਠੀ ਭਰ ਚੌਲ ਤੇ ਭੋਰਾ ਕੜਛੀ ਦਾਲ ਦੀ ਵੀ ਨਸੀਬ ਨਾ ਹੁੰਦੀ। ਉਧਰ ਸੁਖੀਆ ਤੇ ਉਹਦੀ ਮਾਂ ਰੋਜ਼ ਤਰ੍ਹਾਂ ਤਰ੍ਹਾਂ ਦੇ ਖਾਣੇ ਖਾਂਦੀਆਂ ਤੇ ਬਹੁਮੁੱਲੇ ਕੱਪੜੇ ਪਾਉਂਦੀਆਂ। ਉਹਨਾਂ ਨੇ ਗੋਸਵਾਮੀ ਦੀ ਸਾਰੀ ਜਾਇਦਾਦ ਵਿੱਚੋਂ ਵੀ ਦੁਖੀਆ ਤੇ ਉਹਦੀ ਮਾਂ ਨੂੰ ਇੱਕ ਸੂਈ ਤੱਕ ਨਾ ਦਿੱਤੀ। ਦੁਖੀਆ ਤੇ ਉਹਦੀ ਮਾਂ ਚਰਖਾ ਕੱਤਦੀਆਂ, ਉਸ ਤੋਂ ਸੂਤ ਬਣਾਉਂਦੀਆਂ ਤੇ ਬਾਜ਼ਾਰ 'ਚ ਵੇਚ ਕੇ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਢਿੱਡ ਭਰਦੀਆਂ। ਇੱਕ ਦਿਨ ਬਹੁਤ ਹੀ ਜ਼ੋਰ ਦਾ ਮੀਂਹ ਆਇਆ। ਦੁਖੀਆ ਦੀ ਝੌਂਪੜੀ ਦੀ ਛੱਤ ਚੋਣ ਲੱਗੀ ਤੇ ਪੂਣੀਆਂ ਪਾਣੀ ਨਾਲ ਭਿੱਜ ਗਈਆਂ। ਸਵੇਰੇ ਉੱਠ ਕੇ ਜਦੋਂ ਦੁਖੀਆ ਦੀ ਮਾਂ ਨੇ ਇਹ ਵੇਖਿਆ ਤਾਂ ਬਹੁਤ ਦੁਖੀ ਹੋਈ। ਉਹਨੇ ਪੂਣੀਆਂ ਚੁੱਕ ਕੇ ਝੌਂਪੜੀ ਦੇ ਬਾਹਰ ਸੁੱਕਣ ਲਈ ਰੱਖੀਆਂ ਤੇ ਦੁਖੀਆ ਨੂੰ ਉਹਨਾਂ ਦੀ ਰਾਖੀ ਬਿਠਾ ਕੇ ਆਪ ਪਿੰਡ ਦੇ ਖੂਹ ਤੋਂ ਪਾਣੀ ਭਰਨ ਚਲੀ ਗਈ। ਦੁਖੀਆ ਵਿਚਾਰੀ ਪੂਣੀਆਂ ਦੀ ਰਖਵਾਲੀ ਬੈਠੀ ਆਪਣੀ ਮਾੜੀ ਕਿਸਮਤ ਉੱਤੇ ਰੋ ਹੀ ਰਹੀ ਸੀ ਕਿ ਇੱਕ ਜ਼ੋਰ ਦੀ ਹਵਾ ਦਾ ਬੁੱਲਾ ਆਇਆ ਤੇ ਪੂਣੀਆਂ ਹਵਾ 'ਚ ਉੱਡ ਗਈਆਂ। ਦੁਖੀਆ ਬਥੇਰਾ ਉੱਡਦੀਆਂ ਪੂਣੀਆਂ ਮਗਰ ਭੱਜੀ, ਪਰ ਸਭ ਵਿਅਰਥ। ਹਾਰ ਕੇ ਵਿਚਾਰੀ ਖਾਲੀ ਛਾਬੇ ਕੋਲ ਬੈਠ ਕੇ ਰੋਣ ਲੱਗੀ। ਉਹਨੂੰ ਰੋਂਦੀ ਵੇਖ ਕੇ ਹਵਾ ਨੂੰ ਉੱਤੇ ਬੜਾ ਤਰਸ ਆਇਆ। ਉਹ ਕਹਿਣ ਲੱਗੀ, ਦੁਖੀਆ ਤੂੰ ਰੋ ਨਾ, ਮੇਰੇ ਪਿੱਛੇ ਪਿੱਛੇ ਤੁਰੀ ਆ ਜਾ, ਮੈਂ ਤੈਨੂੰ ਬਹੁਤ ਸਾਰੀ ਰੂੰ ਦੇਵਾਂਗੀ। ਦੁਖੀਆ ਹਵਾ ਦੀ ਗੱਲ ਮੰਨ ਕੇ ਉਹਦੇ ਨਾਲ ਨਾਲ ਤੁਰ ਪਈ। ਉਹ ਜੇ ਥੋੜੀ ਦੂਰ ਹੀ ਗਈ ਸੀ, ਉਹਨੂੰ ਰਾਹ 'ਚ ਇੱਕ ਸੰਘਾੜੇ ਦਾ ਦਰਖਤ ਮਿਲਿਆ। ਉਹਨੇ ਤੁਰੀ ਜਾਂਦੀ ਦੁਖੀਆ ਨੂੰ ਆਵਾਜ਼ ਮਾਰੀ ਤੇ ਕਹਿਣ ਲੱਗੀ, ਦੁਖੀਆ ਮੇਰੇ ਚਾਰੋਂ ਪਾਸੇ ਕੰਡਿਆਲੀਆਂ ਝਾੜੀਆਂ ਉਗਾਈਆਂ ਨੇ, ਇਹਨਾਂ ਦੇ ਕੰਡੇ ਮੇਰੇ ਚੁੱਭਦੇ ਨੇ, ਇਹਨਾਂ ਨੂੰ ਪੁੱਟ ਕੇ ਪਰੇ ਸੁੱਟ ਦੇ, ਤੇਰਾ ਪੁੰਨ ਹੋਏਗਾ। ਦੁਖੀਆ ਦੇ ਦਿਲ 'ਚ ਦੁਖੀ ਲੋਕਾਂ ਲਈ ਬੜਾ ਦਰਦ ਭਰਿਆ ਪਿਆ ਸੀ। ਉਹਨੇ ਫਟਾਫਟ ਕੰਡਿਆਲੀਆਂ ਝਾੜੀਆਂ ਪੁੱਟ ਕੇ ਪਰੇ ਸੁੱਟੀਆਂ ਤੇ ਫਿਰ ਹਵਾ ਦੇ ਨਾਲ ਤੁਰ ਪਈ। ਅਜੇ ਉਹ ਕੁਝ ਦੂਰ ਹੀ ਹੋਰ ਗਈ ਸੀ ਕਿ ਇੱਕ ਗਾਂ ਨੇ ਉਹਨੂੰ ਆਵਾਜ਼ ਮਾਰੀ, ਦੁਖੀਆ। ਉਹ ਰੁਕੀ ਤੇ ਗਾਂ ਕਹਿਣ ਲੱਗੀ, ਮੇਰਾ ਕਿੱਲਾ ਸਾਫ਼ ਕਰਦੀ ਜਾ। ਦੁਖੀਆ ਨੇ ਉਹਦਾ ਵੀ ਕਿੱਲਾ ਸਾਫ਼ ਕੀਤਾ ਤੇ ਥੋੜਾ ਜਿਹਾ ਘਾਹ ਪੁੱਟ ਕੇ ਉਹਦੇ ਸਾਹਮਣੇ ਰੱਖਿਆ ਤੇ ਫਿਰ ਤੁਰ ਪਈ। ਤੁਰਦੀ ਤੁਰਦੀ ਉਹ ਥੋੜਾ ਜਿਹਾ ਹੋਰ ਅੱਗੇ ਗਈ ਸੀ ਕਿ ਉਹਨੂੰ ਇੱਕ ਘੋੜਾ ਮਿਲਿਆ। ਘੋੜੇ ਨੇ ਵੀ ਦੁਖੀਆ ਨੂੰ ਬੁਲਾਇਆ ਤੇ ਕਹਿਣ ਲੱਗਾ, ਦੁਖੀਆ ਨਹੀਂ ਦੁਖੀਆ, ਮੈਨੂੰ ਬਹੁਤ ਭੁੱਖ ਲੱਗੀ ਹੈ, ਮੈਨੂੰ ਥੋੜਾ ਜਿਹਾ ਘਾਹ ਦਿੰਦੀ ਜਾ। ਦੁਖੀਆ ਨੇ ਘਾਹ ਤੋੜ ਕੇ ਘੋੜੇ ਮੂਹਰੇ ਰੱਖਿਆ ਤੇ ਫਿਰ ਤੁਰ ਪਈ। ਹੁਣ ਤੁਰਦੀ ਤੁਰਦੀ ਉਹ ਇੱਕ ਚਮਕਦਾਰ ਮਹਿਲ ਕੋਲ ਪਹੁੰਚ ਗਈ। ਹਵਾ ਨੇ ਉਹਨੂੰ ਦੱਸਿਆ, ਇਹ ਚੰਦਾ ਮਾਮਾ ਦਾ ਦੇਸ਼ ਹੈ ਤੇ ਇਸ ਮਹਿਲ ਵਿੱਚ ਚੰਦਰਮਾ ਦੀ ਬੁੱਢੀ ਮਾਂ ਚਰਖਾ ਕੱਤਦੀ ਹੈ, ਤੂੰ ਉਹ ਤੋਂ ਰੂਹ ਮੰਗ ਲੈ। ਦੁਖੀਆ ਅੰਦਰ ਗਈ ਤਾਂ ਉੱਥੇ ਸੱਚਮੁੱਚ ਇੱਕ ਬੁੱਢੀ ਔਰਤ ਚਰਖਾ ਕੱਤ ਰਹੀ ਸੀ। ਉਸ ਔਰਤ ਦੇ ਵਾਲ ਚਾਂਦੀ ਦੇ ਸਨ। ਉਹ ਸੂਤ ਕੱਤ ਕੱਤ ਕੇ ਢੇਰ ਲਾਈ ਜਾ ਰਹੀ ਸੀ। ਦੁਖੀਆ ਬੁੱਢੀ ਔਰਤ ਕੋਲ ਗਈ ਤੇ ਕਹਿਣ ਲੱਗੀ, ਦਾਦੀ ਮਾਂ, ਮੇਰੀ ਰੂਹ ਹਵਾ ਨਾਲ ਉੱਡ ਗਈ ਹੈ, ਮੈਨੂੰ ਥੋੜੀ ਜਿਹੀ ਰੂਹ ਦੇ ਦੇ, ਨਹੀਂ ਤਾਂ ਮੇਰੀ ਮਾਂ ਮੈਨੂੰ ਮਾਰੇਗੀ। ਬੁੱਢੀ ਔਰਤ ਨੇ ਦੁਖੀਆ ਵੱਲ ਬਹੁਤ ਹੀ ਤਰਸ ਭਰੀਆਂ ਨਜ਼ਰਾਂ ਨਾਲ ਵੇਖਿਆ ਤੇ ਬੋਲੀ, ਜਾ ਪਹਿਲਾਂ ਮੂੰਹ ਹੱਥ ਧੋ ਲੈ, ਫਿਰ ਜਿੰਨੀ ਮਰਜ਼ੀ ਰੂਹ ਲੈ ਜਾਈਂ। ਦੁਖੀਆ ਮਹਿਲ ਦੇ ਉਸ ਕਮਰੇ 'ਚ ਗਈ ਜਿੱਥੇ ਕੱਪੜਿਆਂ ਦਾ ਢੇਰ ਲੱਗਿਆ ਸੀ।
ਪਰ ਉਹਨੇ ਸਾਦੇ ਜੇ ਕੱਪੜੇ ਚੁੱਕੇ ਤੇ ਨਹਾਉਣ ਤੁਰ ਪਈ। ਗੁਸਲਖਾਨੇ 'ਚ ਇੱਕ ਚਾਂਦੀ ਰੰਗਾ ਤਲਾਅ ਸੀ। ਉਹ ਨਹਾਉਣ ਲਈ ਪਾਣੀ 'ਚ ਉਤਰੀ। ਪਹਿਲੀ ਚੁੱਭੀ ਮਾਰਦੀ ਉਹ ਬਹੁਤ ਗੋਰੀ ਚਿੱਟੀ ਮੁਟਿਆਰ ਬਣ ਗਈ। ਦੂਜੀ ਚੁੱਭੀ ਮਾਰਦੇ ਹੀ ਉਹਦੇ ਸਾਰੇ ਸਰੀਰ ਤੇ ਸੋਨੇ ਚਾਂਦੀ ਦੇ ਗਹਿਣੇ ਸਜ ਗਏ। ਉਹ ਬਹੁਤ ਹੀ ਹੈਰਾਨੀ ਨਾਲ ਭਰੀ ਬੁੱਢੀ ਮਾਂ ਕੋਲ ਆਈ। ਬੁੱਢੀ ਔਰਤ ਨੇ ਉਹਨੂੰ ਰੂਹ ਨਾਲ ਭਰੀ ਹੋਈ ਪਟਾਰੀ ਦੇ ਕੇ ਵਿਦਾ ਕੀਤਾ। ਮੁੜਦੇ ਸਮੇਂ ਉਹਨੂੰ ਰਾਹ 'ਚ ਉਹੀ ਘੋੜਾ ਮਿਲਿਆ। ਕਹਿਣ ਲੱਗਾ, ਦੁਖੀਆ, ਇਹ ਮੇਰਾ ਵਛੇਰਾ ਤੂੰ ਲੈ ਜਾ, ਇਹ ਤੇਰੇ ਬੜੇ ਕੰਮ ਆਏਗਾ। ਦੁਖੀਆ ਨੇ ਵਛੇਰਾ ਲਿਆ ਤੇ ਤੁਰ ਪਈ। ਥੋੜਾ ਜਿਹਾ ਅੱਗੇ ਆ ਕੇ ਉਹਨੂੰ ਸੰਘਾੜੇ ਦੇ ਦਰਖਤ ਨੇ ਰੋਕਿਆ ਤੇ ਕਹਿਣ ਲੱਗਾ, ਦੁਖੀਆ, ਇਹ ਮੋਹਰਾਂ ਦੀ ਭਰੀ ਗਾਗਰ ਵਛੇਰੇ ਦੀ ਪਿੱਠ ਉੱਤੇ ਰੱਖ ਕੇ ਲੈ ਜਾ। ਦੁਖੀਆ ਨੇ ਐਵੇਂ ਹੀ ਕੀਤਾ। ਕੁਛ ਦੂਰ ਹੋਰ ਆਈ ਕਿ ਉਸ ਗਾਂ ਨੇ ਆਪਣੀ ਇੱਕ ਵੱਛੀ ਉਹਨੂੰ ਦੇ ਦਿੱਤੀ। ਸਾਰੀਆਂ ਚੀਜ਼ਾਂ ਲੈ ਕੇ ਦੁਖੀਆ ਘਰ ਆਈ ਤੇ ਆਪਣੀ ਮਾਂ ਨੂੰ ਸਾਰੀ ਕਹਾਣੀ ਸੁਣਾਤੀ। ਰਾਤ ਨੂੰ ਪਟਾਰੀ 'ਚੋਂ ਇੱਕ ਰਾਜਕੁਮਾਰ ਨਿਕਲਿਆ ਜਿਹਨੇ ਦੁਖੀਆ ਨਾਲ ਵਿਆਹ ਕਰਵਾ ਲਿਆ। ਸਵੇਰੇ ਸੁਖੀਆ ਦੀ ਮਾਂ ਨੂੰ ਜਦੋਂ ਸਾਰੀ ਕਹਾਣੀ ਪਤਾ ਲੱਗੀ ਤਾਂ ਉਹਨੇ ਵੀ ਸੁਖੀਆ ਨੂੰ ਕੁਝ ਰੂੰ ਦੇ ਕੇ ਬਾਹਰ ਬਿਠਾ ਦਿੱਤਾ। ਰੂੰ ਉੱਡੀ ਤਾਂ ਸੁਖੀਆ ਆਪ ਹੀ ਉੱਠ ਕੇ ਹਵਾ ਦੇ ਨਾਲ ਤੁਰ ਪਈ। ਰਾਹ 'ਚ ਸੰਘਾੜੇ ਦਾ ਰੁੱਖ ਮਿਲਿਆ ਤਾਂ ਉਹਨੇ ਉਹੀ ਸਵਾਲ ਪਾਇਆ ਜਿਹੜਾ ਦੁਖੀਆ ਨੂੰ ਪਾਇਆ ਸੀ, ਪਰ ਸੁਖੀਆ ਨੇ ਉਸ ਵੱਲ ਕੋਈ ਧਿਆਨ ਨਾ ਕੀਤਾ। ਫਿਰ ਉਹਨੂੰ ਘੋੜਾ, ਗਾਂ ਵੀ ਮਿਲੇ, ਪਰ ਸੁਖੀਆ ਨੇ ਉਹਨਾਂ ਵੱਲ ਵੇਖਿਆ ਤੱਕ ਵੀ ਨਹੀਂ। ਤੁਰਦੀ ਤੁਰਦੀ ਉਹ ਚੰਦਾ ਮਾਮਾ ਦੇ ਮਹਿਲ 'ਚ ਜਾ ਪਹੁੰਚੀ। ਬੁੱਢੀ ਔਰਤ ਉਵੇਂ ਚਰਖਾ ਕੱਤ ਰਹੀ ਸੀ। ਉਹਨੇ ਵੀ ਦੁਖੀਆ ਵਾਂਗੂ ਰੋਣ ਹਾਕਾ ਮੂੰਹ ਬਣਾ ਕੇ ਉਤੋਂ ਰੂੰ ਮੰਗੀ। ਬੁੱਢੀ ਬੋਲੀ, ਜਾ ਪਹਿਲਾਂ ਨਹਾ ਧੋ ਲੈ, ਫਿਰ ਰੂੰ ਲੈ ਕੇ ਜਾਈ। ਸੁਖੀਆ ਸਭ ਤੋਂ ਵਧੀਆ ਕੱਪੜੇ ਚੁੱਕ ਕੇ ਨਹਾਉਣ ਚਲੀ ਗਈ। ਅੰਦਰ ਜਾ ਕੇ ਉਹਨੇ ਨਹਾਉਣ ਲਈ ਪਹਿਲਾਂ ਚੁੱਭੀ ਲਾਈ ਤਾਂ ਉਹਦਾ ਰੰਗ ਰੂਪ ਗੋਰਾ ਚਿੱਟਾ ਨਿਕਲ ਆਇਆ। ਇਹ ਵੇਖ ਕੇ ਉਹ ਬਹੁਤ ਖੁਸ਼ ਹੋਈ। ਉਹਨੇ ਦੂਜੀ ਚੁੱਭੀ ਮਾਰੀ। ਉਹਦਾ ਸਰੀਰ ਗਹਿਣਿਆਂ ਨਾਲ ਭਰ ਗਿਆ, ਪਰ ਉਹਦਾ ਮਨ ਨਹੀਂ ਭਰਿਆ। ਉਹਨੇ ਲਾਲਚ ਵਿੱਚ ਆ ਕੇ ਤੀਜੀ ਚੁੱਭੀ ਫੇਰ ਮਾਰੀ। ਉਹਦੇ ਸਾਰੇ ਸਰੀਰ ਤੇ ਕਾਲੇ ਨਿਸ਼ਾਨ ਪੈ ਗਏ ਤੇ ਉਹਦੀ ਸ਼ਕਲ ਬਹੁਤ ਹੀ ਡਰਾਉਣੀ ਹੋ ਗਈ। ਉਹ ਭੱਜੀ ਭੱਜੀ ਚਾਂਦੀ ਦੇ ਵਾਲਾਂ ਵਾਲੀ ਉਸ ਬੁੱਢੀ ਕੋਲ ਆਈ ਤੇ ਪੁੱਛਣ ਲੱਗੀ, ਇਹ ਬੁੜੀਏ, ਆ ਮੇਰੇ ਸਰੀਰ ਨੂੰ ਕੀ ਹੋਇਆ? ਬੁੱਢੀ ਔਰਤ ਬੋਲੀ, ਤੀਜੀ ਚੁੱਭੀ ਮਾਰਨ ਵਾਲੇ ਦਾ ਇਹੀ ਹਾਲ ਹੁੰਦਾ। ਖੈਰ, ਤੂੰ ਇਹ ਰੂੰ ਲੈ ਜਾ। ਬੁੱਢੀ ਔਰਤ ਨੇ ਉਹਨੂੰ ਵੀ ਰੂੰ ਦੀ ਭਰੀ ਹੋਈ ਪਟਾਰੀ ਦੇ ਦਿੱਤੀ। ਉਹ ਵਾਪਸ ਮੁੜੀ ਤਾਂ ਰਾਹ 'ਚ ਘੋੜੇ ਨੇ ਉਹਦੇ ਦੁਲਤਾ ਮਾਰਿਆ। ਗਾਂ ਉਹਦੇ ਪਿੱਛੇ ਸਿੰਘ ਚੁੱਕ ਕੇ ਪੈ ਗਈ। ਸੰਘਾੜੇ ਦੇ ਦਰਖਤ ਨੇ ਉਹ ਤੇ ਆਪਣੀ ਇੱਕ ਟਾਹਣੀ ਸੁੱਟ ਦਿੱਤੀ। ਬਹੁਤ ਹੀ ਮੁਸ਼ਕਿਲ ਨਾਲ ਉਹ ਆਪਣੇ ਘਰ ਪਹੁੰਚੀ। ਘਰ ਜਾਂਦੀ ਡਿੱਗ ਪਈ। ਪਹਿਲਾਂ ਤਾਂ ਉਹਦੀ ਮਾਂ ਨੇ ਉਹਨੂੰ ਪਛਾਣਿਆ ਹੀ ਨਹੀਂ, ਪਰ ਜਦੋਂ ਸੁਖੀਆ ਨੇ ਉਹਨੂੰ ਸਾਰੀ ਕਹਾਣੀ ਸੁਣਾਈ ਤਾਂ ਉਹਨੂੰ ਯਕੀਨ ਆਇਆ ਕਿ ਇਹੀ ਉਹਦੀ ਧੀ ਸੁਖੀ ਹੈ। ਹੁਣ ਉਹਨਾਂ ਨੂੰ ਆਸ ਸੀ ਕਿ ਰਾਤ ਨੂੰ ਪਟਾਰੀ ਵਿੱਚੋਂ ਰਾਜਕੁਮਾਰ ਨਿਕਲੇਗਾ ਤੇ ਸੁਖੀਆ ਨਾਲ ਵਿਆਹ ਕਰਵਾ ਲਏਗਾ। ਸਾਰੀ ਰਾਤ ਸੁਖੀਆ ਦੀ ਮਾਂ ਹੀ ਸੁਪਨੇ ਵੇਖਦੀ ਰਹੀ, ਪਰ ਸਵੇਰੇ ਜਦੋਂ ਦੇਰ ਤੱਕ ਸੁਖੀਆ ਦੇ ਕਮਰੇ ਦਾ ਦਰਵਾਜ਼ਾ ਨਾ ਖੁੱਲਿਆ ਤਾਂ ਉਹਨੇ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਦਰਵਾਜ਼ਾ ਤੋੜਿਆ ਤਾਂ ਸਾਰੇ ਲੋਕ ਵੇਖ ਕੇ ਹੈਰਾਨ ਰਹਿ ਗਏ। ਸੁਖੀਆ ਦੇ ਮੰਜੇ ਉੱਤੇ ਇੱਕ ਵੱਡਾ ਸਾਰਾ ਸੱਪ ਪਿਆ ਸੀ। ਧੰਨਵਾਦ। ਅਗਲੀ ਕਹਾਣੀ ਹੈ ਭੋਲੀ ਤੇ ਮਤਰੇਈ ਮਾਂ। ਇਹ ਆਸਾਮ ਦੀ ਲੋਕ ਗਾਥਾ ਹੈ। ਇੱਕ ਵਾਰ ਇੱਕ ਸ਼ਹਿਰ 'ਚ ਰਮਈਆ ਨਾਂ ਦਾ ਇੱਕ ਆਦਮੀ ਰਹਿੰਦਾ ਸੀ। ਉਹਦੀ ਇੱਕ ਲੜਕੀ ਸੀ ਜਿਹਦਾ ਨਾਮ ਭੋਲੀ ਸੀ। ਰਮਈਆ ਆਪਣੀ ਲੜਕੀ ਨੂੰ ਬਹੁਤ ਪਿਆਰ ਕਰਦਾ ਤੇ ਉਹਦੀ ਨਿੱਕੀ ਜਿਹੀ ਗੱਲ ਤੇ ਵੀ ਆਪਣੀ ਜਾਨ ਨਿਛਾਵਰ ਕਰਨ ਲਈ ਤਿਆਰ ਰਹਿੰਦਾ। ਰਮਈਆ, ਉਹਦੀ ਪਤਨੀ ਤੇ ਉਹਨਾਂ ਦੀ ਕੁੜੀ ਭੋਲੀ ਬਹੁਤ ਹੀ ਖੁਸ਼ ਜੀਵਨ ਬਤੀਤ ਕਰ ਰਹੇ ਸਨ, ਪਰ ਰੱਬ ਦੀ ਕਰਨੀ ਦਾ ਕੋਈ ਪਤਾ ਨਹੀਂ ਲੱਗਦਾ। ਅਚਾਨਕ ਇੱਕ ਦਿਨ ਰਮਈਆ ਦੀ ਘਰਵਾਲੀ ਬਿਮਾਰ ਹੋਈ। ਰਮਈਆ ਨੇ ਚੰਗੇ ਵੈਦ ਕੋਲੋਂ ਉਹਦਾ ਇਲਾਜ ਕਰਵਾਇਆ, ਪਰ ਉਹ ਆਪਣੀ ਪਤਨੀ ਨੂੰ ਬਚਾ ਨਾ ਸਕਿਆ। ਨਿੱਕੀ ਜਿਹੀ ਲੜਕੀ ਮਾਂ ਦੇ ਪਿਆਰ ਤੋਂ ਵਿਰਵੀ ਹੋ ਗਈ। ਭਾਵੇਂ ਰਮਈਆ ਭੋਲੀ ਨੂੰ ਬਹੁਤ ਪਿਆਰ ਕਰਦਾ ਸੀ, ਪਰ ਫਿਰ ਵੀ ਆਪਣੀ ਮਾਂ ਦਾ ਵੈਰਾਗ ਭੋਲੀ ਦੇ ਦਿਲ 'ਚੋਂ ਜਾਂਦਾ ਨਹੀਂ ਸੀ। ਕੁਝ ਹੀ ਚਿਰ ਮਗਰੋਂ ਘਰ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ ਤਾਂ ਰਮਈਆ ਨੇ ਦੂਜਾ ਵਿਆਹ ਕਰਵਾ ਲਿਆ। ਉਹਦੀ ਨਵੀਂ ਘਰਵਾਲੀ ਪਹਿਲਾਂ ਤਾਂ ਭੋਲੀ ਨੂੰ ਪਿਆਰ ਕਰਦੀ ਰਹੀ,
ਪਰ ਕੁਝ ਚਿਰ ਮਗਰੋਂ ਹੀ ਉਹਦੀਆਂ ਅੱਖਾਂ ਬਦਲ ਗਈਆਂ। ਮਤਰੇਈ ਮਾਂ ਨੇ ਭੋਲੀ ਨੂੰ ਬਹੁਤ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਹ ਘਰ ਦਾ ਸਾਰਾ ਕੰਮ ਭੋਲੀ ਤੋਂ ਕਰਵਾਉਂਦੀ, ਉਸ ਤੋਂ ਚੱਕੀ ਪਿਹਾਉਂਦੀ, ਪਾਣੀ ਭਰਵਾਉਂਦੀ, ਭਾਂਡੇ ਮੰਜਵਾਉਂਦੀ ਤੇ ਕੱਪੜੇ ਧਵਾਉਂਦੀ। ਉਹ ਲਾਡਲੀ ਭੋਲੀ ਜਿਹਦੇ ਹੱਸਣ ਨਾਲ ਵਿਹੜੇ 'ਚ ਚਾਂਦਨੀ ਨਿਰਤ ਕਰਨ ਲੱਗਦੀ ਸੀ, ਜਿਹਦੀ ਝਾਂਜਰ ਛਣਕਣ ਨਾਲ ਘਰ 'ਚ ਜਲ ਤਰੰਗ ਵੱਜਣੀ ਸ਼ੁਰੂ ਹੋ ਜਾਂਦੀ, ਹੁਣ ਉਹਦੇ ਹੌਕਿਆਂ ਤੇ ਰੋਣ ਦੀਆਂ ਆਵਾਜ਼ਾਂ ਨਾਲ ਘਰ 'ਚ ਉਦਾਸੀ ਭਰ ਗਈ। ਰਮਈਆ ਆਪਣੀ ਲਾਡਲੀ ਧੀ ਦੀ ਦੁਰਦਸ਼ਾ ਦੇਖਦਾ ਤੇ ਸਮਝਦਾ ਸੀ, ਪਰ ਉਹਦਾ ਕੋਈ ਵੱਸ ਨਹੀਂ ਸੀ ਚੱਲਦਾ ਕਿ ਉਹ ਕੀ ਕਰੇ। ਅਕਸਰ ਰਮਈਆ ਨੂੰ ਆਪਣੇ ਕੰਮਕਾਰ ਦੇ ਸਿਲਸਿਲੇ 'ਚ ਬਾਹਰ ਜਾਣਾ ਪੈਂਦਾ ਸੀ। ਇੱਕ ਵਾਰੀ ਉਹਨੂੰ ਆਪਣੇ ਕਿਸੇ ਕੰਮ ਲਈ ਕਈ ਦਿਨ ਲਈ ਬਾਹਰ ਜਾਣਾ ਪਿਆ ਤਾਂ ਆਪਣੀ ਘਰਵਾਲੀ ਨੂੰ ਬੁਲਾ ਕੇ ਕਹਿਣ ਲੱਗਾ, ਦੇਖ ਭੋਲੀ, ਮੈਨੂੰ ਆਪਣੀ ਜਾਨ ਤੋਂ ਪਿਆਰੀ ਹੈ, ਇਹਨੂੰ ਤੰਗ ਨਾ ਕਰੀਂ। ਮੈਂ ਆਉਂਦਾ ਹੋਇਆ ਤੇਰੇ ਲਈ ਵੀ ਖੂਬਸੂਰਤ ਤੋਹਫੇ ਲੈ ਕੇ ਆਵਾਂਗਾ। ਰਮਈਆ ਦੇ ਸਾਹਮਣੇ ਭਾਵੇਂ ਉਹਦੀ ਘਰਵਾਲੀ ਨੇ ਉਹਦੀ ਗੱਲ ਮੰਨਣ ਲਈ ਹਾਂ ਕਰਤੀ, ਪਰ ਉਹਦੇ ਜਾਣ ਮਗਰੋਂ ਉਹਨੇ ਭੋਲੀ ਨੂੰ ਹੋਰ ਵੀ ਜ਼ਿਆਦਾ ਤੰਗ ਕਰਨਾ ਸ਼ੁਰੂ ਕਰ ਦਿੱਤਾ। ਗੱਲ ਗੱਲ ਤੇ ਝਿੜਕਾਂ, ਗੱਲ ਗੱਲ ਤੇ ਡਾਂਟ। ਹੁਣ ਤਾਂ ਕਦੇ-ਕਦੇ ਭੋਲੀ ਨੂੰ ਕੁੱਟ ਵੀ ਸੁੱਟਦੀ, ਪਰ ਭੋਲੀ ਵਿਚਾਰੀ ਚੁੱਪਚਾਪ ਕੁੱਟ ਖਾਂਦੀ, ਆਪਣੇ ਅਥਰੂ ਪੀਂਦੀ। ਸਾਰਾ ਦਿਨ ਕੋਲੂ ਦੇ ਬੈਲ ਵਾਂਗੂ ਕੰਮ ਕਰਦੀ, ਬੇਹੀ ਰੋਟੀ ਖਾਂਦੀ, ਗਾਵਾਂ ਮੱਝਾਂ ਨੂੰ ਪੱਠੇ ਪਾਉਂਦੀ, ਪਾਣੀ ਪਿਆਉਂਦੀ। ਇੱਕ ਦਿਨ ਭੋਲੀ ਦੀ ਸਹੇਲੀ ਨੇ ਆਪਣੇ ਵਿਆਹ ਤੇ ਉਹਨੂੰ ਸੱਦਿਆ। ਭੋਲੀ ਨੇ ਡਰਦੇ ਡਰਦੇ ਆਪਣੀ ਮਤਰੇਈ ਮਾਂ ਨਾਲ ਗੱਲ ਕੀਤੀ ਤਾਂ ਮਤਰੇਈ ਮਾਂ ਨੇ ਆਪਣੀ ਆਦਤ ਤੋਂ ਉਲਟ ਉਹਨੂੰ ਖੁਸ਼ੀ-ਖੁਸ਼ੀ ਜਾਣ ਦੀ ਆਗਿਆ ਦੇ ਦਿੱਤੀ। ਨਾਲ ਹੀ ਉਹਨੇ ਥੈਲੇ 'ਚ ਕੁਝ ਕੱਪੜੇ ਪਾ ਕੇ ਕਿਹਾ, ਆ ਲੈ, ਇਹਦੇ 'ਚ ਨਵਾਂ ਸੂਟ ਹੈ, ਵਿਆਹ ਵਾਲੇ ਦਿਨ ਇਹੀ ਸੂਟ ਪਾਵੀਂ। ਭੋਲੀ ਚਾਅ ਨਾਲ ਭਰੀ ਵਿਆਹ ਵਾਲੇ ਘਰ ਪਹੁੰਚੀ, ਪਰ ਵਿਆਹ ਵਾਲੇ ਦਿਨ ਜਦੋਂ ਸੂਟ ਥੈਲੇ 'ਚੋਂ ਕੱਢ ਕੇ ਪਾਉਣ ਲੱਗੀ ਤਾਂ ਉਹਦੇ ਅਥਰੂ ਛਮ-ਛਮ ਵਹਿ ਤੁਰੇ। ਨਵੇਂ ਸੂਟ ਦੀ ਥਾਂ ਥੈਲੇ 'ਚ ਪਾਟੇ ਪੁਰਾਣੇ ਕੱਪੜੇ ਸੀ। ਵਿਚਾਰੀ ਭੋਲੀ ਨੇ ਆਪਣੀ ਸਹੇਲੀ ਦੇ ਕੱਪੜੇ ਪਾ ਕੇ ਵਿਆਹ ਵੇਖਿਆ, ਪਰ ਜਦੋਂ ਘਰ ਮੁੜੀ ਤਾਂ ਉਹਦੀ ਸ਼ਾਮਤ ਆ ਗਈ। ਉਹਦੀ ਮਾਂ ਨੇ ਉਸ ਤੋਂ ਨਵੇਂ ਸੂਟ ਬਾਰੇ ਪੁੱਛਿਆ ਤਾਂ ਭੋਲੀ ਥਰ-ਥਰ ਕੰਬਣ ਲੱਗੀ। ਫੇਰ ਕੀ ਸੀ, ਉਹਦੀ ਮਾਂ ਦੇ ਹੱਥ ਉਹਨੂੰ ਕੁੱਟਣ ਦਾ ਇੱਕ ਮੌਕਾ ਹੋਰ ਲੱਗ ਗਿਆ। ਜਿੰਨਾ ਭੋਲੀ ਰੋਂਦੀ ਓਨਾ ਹੀ ਉਹ ਹੋਰ ਕੁੱਟਦੀ। ਉਹਨੂੰ ਮਸਾਲਾ ਕੁੱਟਣ ਲਈ ਦਿੱਤਾ ਗਿਆ। ਜਿਉਂ ਹੀ ਉਹ ਕੁੰਡੇ 'ਚ ਮਸਾਲਾ ਪਾਉਂਦੀ, ਮਤਰੇਈ ਮਾਂ ਉਹਦੇ ਨਿੱਕੇ-ਨਿੱਕੇ ਫੁੱਲਾਂ ਵਰਗੇ ਹੱਥਾਂ ਉੱਤੇ ਘੋਟਣਾ ਮਾਰਦੀ। ਉਹਦੇ ਨਾਜ਼ੁਕ ਹੱਥ ਕੁਚਲੇ ਗਏ। ਇਸੇ ਤਰ੍ਹਾਂ ਮਾਂ ਨੇ ਉਹਦੇ ਪੈਰਾਂ ਨੂੰ ਵੀ ਜ਼ਖਮੀ ਕਰ ਦਿੱਤਾ। ਅਖੀਰ ਮਤਰੇਈ ਮਾਂ ਨੇ ਘੋਟਣਾ ਉਹਦੇ ਸਿਰ ਤੇ ਮਾਰਿਆ। ਭੋਲੀ ਚੀਕਦੀ ਚੀਕਦੀ ਮੌਤ ਰਾਣੀ ਦੀ ਗੋਦੀ 'ਚ ਸੌਂ ਗਈ। ਆਪਣੇ ਇਸ ਗੁਨਾਹ ਤੇ ਪਰਦਾ ਪਾਉਣ ਲਈ ਉਹਦੀ ਮਾਂ ਨੇ ਉਹਨੂੰ ਵਿਹੜੇ 'ਚ ਟੋਇਆ ਪੁੱਟ ਕੇ ਦੱਬ ਦਿੱਤਾ। ਕੁਝ ਦਿਨਾਂ ਬਾਅਦ ਉਸੇ ਥਾਂ ਤੇ ਇੱਕ ਨਿੱਕੀ ਜਿਹੀ ਵੇਲ ਉੱਗ ਪਈ। ਦਿਨਾਂ 'ਚ ਹੀ ਉਹ ਵੇਲ ਛੱਤ ਜਿੰਨੀ ਉੱਚੀ ਹੋ ਗਈ। ਉਹਨੂੰ ਬੜੇ ਰੰਗ ਬਿਰੰਗੇ ਮਨਮੋਹਣੇ ਫੁੱਲ ਲੱਗਣ ਲੱਗੇ, ਪਰ ਜਿਉਂ ਹੀ ਕੋਈ ਉਹਦੇ ਫੁੱਲਾਂ ਨੂੰ ਛੂਹਣ ਲਈ ਹੱਥ ਵਧਾਉਂਦਾ, ਵੇਲ ਕਰਾ ਉੱਠਦੀ। ਉਸ 'ਚੋਂ ਦਰਦ ਭਿੱਜੀ ਆਵਾਜ਼ ਨਿਕਲਦੀ, ਮੈਨੂੰ ਹੱਥ ਨਾ ਲਾਈ, ਪਿਓ ਮੇਰਾ ਪਰਦੇਸ ਗਿਆ, ਮਾਂ ਨੇ ਮੈਨੂੰ ਮਾਰ ਕੇ ਧਰਤੀ 'ਚ ਗੱਡਿਆ। ਹਰ ਵਾਰੀ ਛੂਹਣ ਤੇ ਵੇਲ ਦਾ ਪੱਤਾ ਪੱਤਾ ਇਹੀ ਬੋਲਣ ਲੱਗਦਾ। ਮਤਰੇਈ ਮਾਂ ਨੂੰ ਜਿਉਂ ਹੀ ਇਸ ਗੱਲ ਦਾ ਪਤਾ ਲੱਗਿਆ, ਉਹਨੇ ਆਪਣੀ ਪੋਲ ਖੁੱਲ ਜਾਣ ਦੇ ਡਰ ਤੋਂ ਵੇਲ ਨੂੰ ਪੁੱਟ ਕੇ ਸ਼ਹਿਰੋਂ ਬਾਹਰ ਨਦੀ 'ਚ ਸੁੱਟ ਦਿੱਤਾ। ਵੇਲ ਨਦੀ ਦੇ ਪਾਣੀਆਂ ਉੱਤੇ ਹਰੀ-ਹਰੀ ਵਿਚ ਗਈ, ਜਿਸ ਨਾਲ ਰੰਗ ਬਿਰੰਗੇ ਫੁੱਲ ਤਾਰਿਆਂ ਵਾਂਗੂ ਦੂਰੋਂ ਚਮਕਦੇ। ਉਧਰ ਰਮਈਆ ਕਈ ਦਿਨਾਂ ਬਾਅਦ ਜਦੋਂ ਘਰ ਮੁੜਿਆ ਤਾਂ ਸ਼ਹਿਰੋਂ ਬਾਹਰ ਨਦੀ ਦੇ ਪਾਣੀਆਂ ਤੇ ਰੰਗ ਬਿਰੰਗੇ ਫੁੱਲ ਵੇਖ ਕੇ ਉਹਨੇ ਸੋਚਿਆ, ਭੋਲੀ ਇਹਨਾਂ ਫੁੱਲਾਂ ਨੂੰ ਵੇਖ ਕੇ ਬਹੁਤ ਖੁਸ਼ ਹੋਏਗੀ। ਪਰ ਜਿਉਂ ਹੀ ਉਹ ਫੁੱਲ ਤੋੜਨ ਲੱਗਿਆ, ਵੇਲ 'ਚੋਂ ਆਵਾਜ਼ ਆਈ, ਮੈਨੂੰ ਹੱਥ ਨਾ ਲਾਈ, ਜ਼ਖਮ ਮੇਰੇ ਬਹੁਤ ਹੀ ਅੱਲੇ, ਦਰਦ ਨਾ ਜਗਾਈ, ਪਿਓ ਮੇਰਾ ਪਰਦੇਸ ਗਿਆ, ਮਾਂ ਨੇ ਮਾਰਿਆ, ਧਰਤੀ ਦੇ ਵਿੱਚ ਗੱਡਿਆ। ਰਮਈਆ ਵੇਲ ਦੇ ਅੰਦਰੋਂ ਆਪਣੀ ਧੀ ਦੀ ਆਵਾਜ਼ ਪਛਾਣ ਗਿਆ। ਉਹਦੀਆਂ ਅੱਖਾਂ 'ਚੋਂ ਅਥਰੂ ਵਹਿਣ ਲੱਗੇ। ਜਿਵੇਂ ਕਿਵੇਂ ਉਹਨੇ ਪਾਨ ਦਾ ਪੱਤਾ ਹੱਥ ਤੇ ਰੱਖਿਆ ਤੇ ਕਹਿਣ ਲੱਗਾ, ਜੇ ਤੂੰ ਮੇਰੀ ਲਾਡਲੀ ਧੀ ਭੋਲੀ ਹੈ ਤਾਂ ਮੈਂ ਨਾ ਬਣ ਕੇ ਮੇਰੇ ਹੱਥ ਤੋਂ ਪਾਨ ਖਾ ਲੈ।
ਇੰਨਾ ਕਹਿਣ ਦੀ ਦੇਰ ਸੀ ਕਿ ਇੱਕ ਮੈਨਾ ਉਹਦੇ ਹੱਥ ਤੇ ਆ ਬੈਠੀ ਤੇ ਹੱਥ ਤੇ ਪਿਆ ਪਾਨ ਦਾ ਪੱਤਾ ਕੁਤਰਨ ਲੱਗੀ। ਰਮਈਆ ਨੇ ਮੈਨਾ ਨੂੰ ਇੱਕ ਪਿੰਜਰੇ 'ਚ ਬੰਦ ਕਰ ਲਿਆ। ਘਰ ਆ ਕੇ ਉਹ ਭੋਲੀ ਭੋਲੀ ਕਰਕੇ ਆਪਣੀ ਧੀ ਨੂੰ ਬੁਲਾਉਣ ਲੱਗਿਆ, ਪਰ ਭੋਲੀ ਹੋਵੇ ਤਾਂ ਆਏ। ਉਹ ਆਪਣੀ ਸਹੇਲੀ ਦੇ ਘਰ ਗਈ ਹੈ। ਮਤਰੇਈ ਮਾਂ ਨੇ ਫਿਰ ਝੂਠ ਬੋਲਿਆ, ਪਰ ਰਮਈਆ ਨੇ ਪਿੰਜਰਾ ਸਾਹਮਣੇ ਰੱਖਿਆ ਤੇ ਕਹਿਣ ਲੱਗਾ, ਜੇ ਤੂੰ ਮੇਰੀ ਨਿੱਕੀ ਲਾਡਲੀ ਧੀ ਹੈ ਤਾਂ ਇਸ ਸੋਹਣੀ ਚਾਦਰ ਤੇ ਮੇਰੇ ਸਾਹਮਣੇ ਬੈਠ ਜਾ। ਤੇ ਭੋਲੀ ਪਿੰਜਰੇ ਦਾ ਬੂਹਾ ਖੋਲ ਕੇ ਨਿੱਕੀ ਜੀ ਬੱਚੀ ਬਣ ਕੇ ਉਹਦੇ ਸਾਹਮਣੇ ਆ ਬੈਠੀ। ਮਤਰੇਈ ਮਾਂ ਥਰ ਥਰ ਕੰਬਣ ਲੱਗੀ। ਰਮਈਆ ਨੇ ਉਹਨੂੰ ਉਦੋਂ ਹੀ ਘਰੋਂ ਕੱਢ ਦਿੱਤਾ। ਦੋਵੇਂ ਪਿਓ ਧੀ ਘਰ 'ਚ ਖੁਸ਼ੀ ਖੁਸ਼ੀ ਰਹਿਣ ਲੱਗੇ। ਧੰਨਵਾਦ। ਦੀ ਅਗਲੀ ਕਹਾਣੀ ਹੈ ਅਮਰਫਲ। ਇਹ ਬਿਹਾਰ ਦੀ ਲੋਕ ਗਾਥਾ ਹੈ। ਬਹੁਤ ਸਮਾਂ ਪਹਿਲਾਂ ਅਵਧ ਵਿੱਚ ਇੱਕ ਰਾਜਾ ਰਾਜ ਕਰਦਾ ਸੀ। ਉਹਦੇ 3 ਲੜਕੇ ਸਨ। ਰਾਜਾ ਜਦੋਂ ਬੁੱਢਾ ਹੋ ਗਿਆ ਤਾਂ ਉਹਨੇ ਆਪਣੇ ਲੜਕੇ ਨੂੰ ਰਾਜਗੱਦੀ ਤੇ ਬਿਠਾਉਣ ਬਾਰੇ ਨਿਰਣਾ ਕੀਤਾ, ਪਰ ਉਹ ਕਿਹੜੇ ਲੜਕੇ ਨੂੰ ਰਾਜਗੱਦੀ ਤੇ ਬਿਠਾਏ, ਇਸ ਲਈ ਉਹਨੇ ਤਿੰਨਾਂ ਨੂੰ ਦਰਬਾਰ 'ਚ ਸੱਦ ਕੇ ਉਹਨਾਂ ਦੀ ਸਿਆਣਪ ਪਰਖਣ ਦਾ ਯਤਨ ਕੀਤਾ। ਉਹਨੇ ਤਿੰਨਾਂ ਰਾਜਕੁਮਾਰਾਂ ਨੂੰ ਦਰਬਾਰ 'ਚ ਸੱਦਿਆ ਤੇ ਉਹਨਾਂ ਸਾਹਮਣੇ ਪ੍ਰਸ਼ਨ ਕੀਤਾ। ਮੰਨ ਲਓ ਕਿ ਮੈਂ ਕਿਸੇ ਬੰਦੇ ਉੱਤੇ ਯਕੀਨ ਕਰਕੇ ਉਸ ਤੇ ਆਪਣੀ ਜਾਨ ਦੀ ਜ਼ਿੰਮੇਵਾਰੀ ਸੌਂਪੀ ਹੋਵੇ ਤੇ ਉਹ ਮੇਰੇ ਨਾਲ ਧੋਖਾ ਕਰੇ ਤਾਂ ਮੈਨੂੰ ਉਹਨੂੰ ਕੀ ਸਜ਼ਾ ਦੇਣੀ ਚਾਹੀਦੀ ਹੈ? ਮਹਾਰਾਜ, ਉਹਨੂੰ ਫੌਰਨ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ। ਜਿਹੜਾ ਰਾਜੇ ਨਾਲ ਵਿਸ਼ਵਾਸਘਾਤ ਕਰਦਾ ਹੈ, ਪਹਿਲਾ ਰਾਜਕੁਮਾਰ ਬੋਲੇ। ਠੀਕ ਹੈ ਮਹਾਰਾਜ, ਘੱਟੋ ਘੱਟ ਉਹਨੂੰ ਉਮਰ ਕੈਦ ਦੀ ਸਜ਼ਾ ਤਾਂ ਜ਼ਰੂਰ ਹੀ ਮਿਲਣੀ ਚਾਹੀਦੀ ਹੈ। ਦੂਜੇ ਰਾਜਕੁਮਾਰ ਨੇ ਵੀ ਪਹਿਲੇ ਦੀ ਪ੍ਰੋੜਤਾ ਕੀਤੀ। ਮਹਾਰਾਜ, ਠੀਕ ਹੈ ਕਿ ਉਹ ਆਦਮੀ ਸਜ਼ਾ ਦਾ ਹੱਕਦਾਰ ਹੈ, ਪਰ ਉਹਨੂੰ ਸਜ਼ਾ ਦੇਣ ਤੋਂ ਪਹਿਲਾਂ ਪੂਰੀ ਤਰ੍ਹਾਂ ਪੜਤਾਲ ਕਰ ਲੈਣੀ ਚਾਹੀਦੀ ਹੈ। ਆਪਣੀ ਗੱਲ ਨੂੰ ਸੱਚਾ ਸਾਬਤ ਕਰਨ ਲਈ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ। ਤੀਜੇ ਰਾਜਕੁਮਾਰ ਨੇ ਕਹਾਣੀ ਸੁਣਾਉਣੀ ਸ਼ੁਰੂ ਕੀਤੀ। ਵਿਦਰਭ ਦੇਸ਼ ਦੇ ਰਾਜੇ ਕੋਲ ਇੱਕ ਤੋਤਾ ਸੀ, ਜਿਹੜਾ ਬਹੁਤ ਹੀ ਬੁੱਧੀਮਾਨ ਤੇ ਸਿਆਣਾ ਸੀ। ਇਸ ਤੋਤੇ ਦਾ ਨਾਂ ਰਾਜੇ ਨੇ ਪਿਆਰ ਨਾਲ ਮੋਤੀ ਰੱਖਿਆ ਹੋਇਆ ਸੀ। ਇਹ ਤੋਤਾ ਕਈ ਭਾਸ਼ਾਵਾਂ ਜਾਣਦਾ, ਸਮਝ ਸਕਦਾ, ਬੋਲ ਸਕਦਾ ਸੀ। ਰਾਜਾ ਇਹਨੂੰ ਬਹੁਤ ਪਿਆਰ ਕਰਦਾ ਸੀ, ਇੱਥੋਂ ਤੱਕ ਕਿ ਉਹ ਰਾਜ ਭਾਗ ਦੇ ਕੰਮਾਂ ਵਿੱਚ ਵੀ ਤੋਤੇ ਦੀ ਸਲਾਹ ਲੈਂਦਾ ਸੀ। ਇਹ ਤੋਤਾ ਕਿਸੇ ਪਿੰਜਰੇ 'ਚ ਨਹੀਂ ਸੀ ਰਹਿੰਦਾ, ਬਲਕਿ ਸਾਰਾ ਦਿਨ ਆਜ਼ਾਦ ਘੁੰਮਦਾ ਸੀ ਤੇ ਕੁਝ ਚਿਰ ਘੁੰਮਣ ਮਗਰੋਂ ਫਿਰ ਮਹਿਲਾਂ 'ਚ ਰਾਜੇ ਕੋਲ ਆ ਜਾਂਦਾ ਸੀ। ਇੱਕ ਦਿਨ ਮੋਤੀ ਜੰਗਲ 'ਚ ਘੁੰਮਣ ਗਿਆ ਤਾਂ ਉੱਥੇ ਉਹਦੀ ਮੁਲਾਕਾਤ ਆਪਣੇ ਪਿਓ ਨਾਲ ਹੋਈ। ਉਹਦੇ ਪਿਓ ਨੇ ਉਹਨੂੰ ਘਰ ਚੱਲਣ ਲਈ ਕਿਹਾ, ਪਰ ਮੋਤੀ ਨੇ ਕਿਹਾ ਕਿ ਉਹ ਕੱਲ ਨੂੰ ਰਾਜੇ ਤੋਂ ਆਗਿਆ ਲੈ ਕੇ ਉਹਨਾਂ ਕੋਲ ਰਹਿਣ ਲਈ ਕੁਝ ਦਿਨ ਵਾਸਤੇ ਆ ਜਾਏਗਾ। ਸ਼ਾਮ ਨੂੰ ਮੋਤੀ ਨੇ ਰਾਜੇ ਕੋਲੋਂ ਆਪਣੇ ਮਾਤਾ-ਪਿਤਾ ਤੇ ਰਿਸ਼ਤੇਦਾਰਾਂ ਵਿੱਚ ਕੁਝ ਦਿਨ ਬਿਤਾਉਣ ਲਈ ਆਗਿਆ ਮੰਗੀ। ਰਾਜਾ ਪਹਿਲਾਂ ਤਾਂ ਨਹੀਂ ਮੰਨਿਆ, ਪਰ ਕੁਝ ਚਿਰ ਮਗਰੋਂ ਉਹਨੇ ਕੁਝ ਦਿਨ ਲਈ ਮੋਤੀ ਨੂੰ ਆਪਣੇ ਘਰ ਜਾਣ ਦੀ ਆਗਿਆ ਦੇ ਦਿੱਤੀ। ਮੋਤੀ 10 ਦਿਨ ਦਾ ਵਾਅਦਾ ਕਰਕੇ ਜੰਗਲ 'ਚ ਆਪਣੇ ਮਾਤਾ-ਪਿਤਾ ਕੋਲ ਆ ਗਿਆ। 10 ਦਿਨ ਉਹਨੇ ਬੜੇ ਮਜ਼ੇ ਨਾਲ ਗੁਜ਼ਾਰੇ। ਆਪਣੇ ਮਾਤਾ-ਪਿਤਾ ਤੇ ਰਿਸ਼ਤੇਦਾਰਾਂ 'ਚ ਉਹਦਾ ਖੂਬ ਮਨ ਲੱਗਿਆ, ਪਰ 10 ਦਿਨ ਬੀਤਣ ਮਗਰੋਂ ਉਹਨੂੰ ਰਾਜੇ ਦਾ ਵਾਅਦਾ ਯਾਦ ਆਇਆ ਤਾਂ ਉਹਨੇ ਦੁਬਾਰਾ ਮਹਿਲਾਂ 'ਚ ਜਾਣ ਲਈ ਤਿਆਰੀ ਕੱਸ ਲਈ। ਮੋਤੀ ਦੇ ਪਿਤਾ ਨੇ ਸੋਚਿਆ ਕਿ ਮੋਤੀ ਰਾਜੇ ਕੋਲ ਜਾ ਰਿਹਾ ਹੈ, ਕਿਉਂ ਨਾ ਇਹਨੂੰ ਰਾਜੇ ਲਈ ਕੋਈ ਅਜਿਹੀ ਸੌਗਾਤ ਦਿੱਤੀ ਜਾਏ ਜਿਹਨੂੰ ਪ੍ਰਾਪਤ ਕਰਕੇ ਰਾਜਾ ਪ੍ਰਸੰਨ ਹੋ ਜਾਏ। ਉਹਨੇ ਮੋਤੀ ਨੂੰ ਕਿਹਾ, ਮੈਂ ਇੱਕ ਅਜਿਹੇ ਦਰਖਤ ਨੂੰ ਜਾਣਦਾ ਜਿਸ ਉੱਤੇ ਅਮਰ ਫਲ ਨਾਂ ਦਾ ਫਲ ਲੱਗਿਆ ਹੋਇਆ ਹੈ। ਜਿਹੜਾ ਆਦਮੀ ਉਸ ਫਲ ਨੂੰ ਖਾ ਲਏ ਉਹ ਸਦਾ ਅਮਰ ਹੋ ਜਾਂਦਾ ਹੈ। ਕਿਉਂ ਨਾ ਮੈਂ ਤੈਨੂੰ ਉਹ ਫਲ ਲਿਆ ਦਿਆਂ ਤਾਂ ਜੋ ਤੂੰ ਆਪਣੇ ਮਹਾਰਾਜ ਨੂੰ ਉਹ ਸੌਗਾਤ ਵਜੋਂ ਦੇ ਸਕੇ। ਮੋਤੀ ਅਜਿਹੇ ਫਲ ਬਾਰੇ ਸੁਣ ਕੇ ਬੜਾ ਖੁਸ਼ ਹੋਇਆ। ਉਹਨੇ ਤੁਰੰਤ ਆਪਣੇ ਪਿਤਾ ਨੂੰ ਉਹ ਫਲ ਲਿਆਉਣ ਲਈ ਕਿਹਾ। ਭਾਵੇਂ ਅਮਰ ਫਲ ਰੁੱਖ ਨਾਲੋਂ ਤੋੜਨਾ ਬਹੁਤ ਹੀ ਕਠਿਨ ਸੀ, ਪਰ ਮੋਤੀ ਦੇ ਪਿਤਾ ਨੇ ਆਪਣੀ ਸਿਆਣਪ ਤੇ ਮਿਹਨਤ ਨਾਲ ਉਹ ਫਲ ਲਿਆ ਕੇ ਮੋਤੀ ਦੇ ਹਵਾਲੇ ਕਰ ਦਿੱਤਾ। ਮੋਤੀ ਬਹੁਤ ਖੁਸ਼ ਹੋਇਆ ਤੇ ਆਪਣੇ ਮਾਤਾ-ਪਿਤਾ, ਰਿਸ਼ਤੇਦਾਰਾਂ ਤੇ ਮਿੱਤਰਾਂ ਦਾ ਧੰਨਵਾਦ ਕਰਕੇ ਅਮਰ ਫਲ ਚੁੰਝ 'ਚ ਲਈ ਮਹਿਲਾਂ ਵੱਲ ਉੱਡ ਪਿਆ। ਰਾਹ 'ਚ ਸ਼ਾਮ ਹੋ ਗਈ, ਸੂਰਜ ਡੁੱਬ ਗਿਆ। ਮੋਤੀ ਨੇ ਕੁਝ ਦੇਰ ਲਈ ਆਰਾਮ ਕਰਨ ਬਾਰੇ ਸੋਚਿਆ,
ਪਰ ਉਹਨੂੰ ਅਮਰਫਲ ਦੀ ਬੜੀ ਚਿੰਤਾ ਸੀ। ਉਹਨੇ ਇੱਕ ਦਰਖਤ ਵੇਖ ਕੇ ਉਹਦੀ ਖੋੜ 'ਚ ਅਮਰਫਲ ਰੱਖਿਆ ਤੇ ਨਿਸ਼ਚਿੰਤ ਹੋ ਕੇ ਸੌਂ ਗਿਆ। ਰਾਤ ਨੂੰ ਇੱਕ ਜ਼ਹਿਰੀਲਾ ਸੱਪ ਦਰਖਤ ਦੇ ਤਣੇ ਤੇ ਚੜਿਆ। ਖੋੜ 'ਚ ਅਮਰਫਲ ਪਿਆ ਚਮਕ ਰਿਹਾ ਸੀ। ਉਹਨੇ ਅਮਰਫਲ ਤੇ ਦੰਦ ਮਾਰੇ, ਪਰ ਉਹਨੂੰ ਫਲ ਸਵਾਦ ਨਾ ਲੱਗਿਆ। ਇਸ ਲਈ ਉਹਨੇ ਫਲ ਉੱਥੇ ਹੀ ਛੱਡ ਦਿੱਤਾ, ਪਰ ਉਹਦੀ ਕੁਝ ਜ਼ਹਿਰ ਫਲ ਦੇ ਵਿੱਚ ਹੀ ਰਹਿ ਗਈ। ਅਗਲੇ ਦਿਨ ਮੋਤੀ ਨੇ ਫੇਰ ਫਲ ਚੁੱਕਿਆ ਤੇ ਮਹਿਲਾਂ ਵੱਲ ਉੱਡ ਗਿਆ। ਦਰਬਾਰ ਲੱਗਿਆ ਹੋਇਆ ਸੀ। ਉਹਨੇ ਦਰਬਾਰ 'ਚ ਉਤਰ ਕੇ ਮਹਾਰਾਜ ਨੂੰ ਪ੍ਰਣਾਮ ਕੀਤਾ ਤੇ ਫਲ ਮਹਾਰਾਜ ਨੂੰ ਭੇਂਟ ਕਰਕੇ ਬੋਲਿਆ, ਮਹਾਰਾਜ, ਇਹ ਫਲ ਮੇਰੇ ਪਰਿਵਾਰ ਨੇ ਆਪ ਨੂੰ ਸਤਕਾਰ ਵਜੋਂ ਘੱਲਿਆ ਹੈ। ਇਹ ਅਮਰ ਫਲ ਹੈ, ਤੁਸੀਂ ਇਹਨੂੰ ਖਾ ਕੇ ਸਦਾ ਲਈ ਅਮਰ ਹੋ ਜਾਓਗੇ। ਮਹਾਰਾਜਾ ਬੜਾ ਖੁਸ਼ ਹੋਇਆ। ਉਹ ਫਲ ਖਾਣ ਹੀ ਲੱਗਿਆ ਸੀ ਕਿ ਕੋਲੇ ਬੈਠਾ ਮੁੱਖ ਮੰਤਰੀ ਬੋਲਿਆ, ਮਹਾਰਾਜ, ਕਿਸੇ ਵੀ ਚੀਜ਼ ਨੂੰ ਖਾਣ ਤੋਂ ਪਹਿਲਾਂ ਕਿਸੇ ਜਾਨਵਰ ਨੂੰ ਖਵਾ ਕੇ ਵੇਖ ਲੈਣਾ ਬਿਹਤਰ ਹੁੰਦਾ ਹੈ। ਰਾਜੇ ਨੇ ਫਲ ਦਾ ਇੱਕ ਹਿੱਸਾ ਕੱਟ ਕੇ ਇੱਕ ਕਾਂ ਨੂੰ ਪਾਇਆ। ਕਾਂ ਰਾਜੇ ਦੇ ਸਾਹਮਣੇ ਹੀ ਤੜਪ ਕੇ ਮਰ ਗਿਆ। ਰਾਜੇ ਨੂੰ ਇਹ ਦ੍ਰਿਸ਼ ਵੇਖ ਕੇ ਇੰਨਾ ਗੁੱਸਾ ਚੜਿਆ ਕਿ ਉਹਨੇ ਸਾਹਮਣੇ ਬੈਠੇ ਤੋਤੇ ਦੀ ਗਰਦਨ ਮਰੋੜ ਕੇ ਫਲਾਂ 'ਚ ਉਹਨੂੰ ਖਤਮ ਕਰ ਦਿੱਤਾ। ਅਮਰ ਫਲ ਨੂੰ ਸ਼ਹਿਰ ਤੋਂ ਦੂਰ ਖਾਲੀ ਥਾਂ ਤੇ ਦੱਬ ਦਿੱਤਾ ਗਿਆ। ਕੁਝ ਦਿਨਾਂ ਬਾਅਦ ਉਸ ਥਾਂ ਤੇ ਅਮਰ ਫਲ ਦਾ ਇੱਕ ਦਰਖਤ ਉੱਗ ਖੜਿਆ। ਉਸ ਦਰਖਤ ਨੂੰ ਸਮਾਂ ਪਾ ਕੇ ਬਹੁਤ ਸਾਰੇ ਫਲ ਲੱਗੇ, ਪਰ ਰਾਜੇ ਨੇ ਇਹ ਸੋਚ ਕੇ ਕਿ ਇਹ ਫਲ ਵੀ ਜ਼ਹਿਰੀਲੇ ਹੋਣਗੇ, ਦਰਖਤ ਦੁਆਲੇ ਪਾਬੰਦੀ ਲਵਾਤੀ। ਕਿਸੇ ਨੂੰ ਵੀ ਇਜਾਜ਼ਤ ਨਹੀਂ ਸੀ ਕਿ ਉਹ ਬਿਰਖ ਤੋਂ ਫਲ ਤੋੜ ਕੇ ਖਾਵੇ। ਉਹਨਾਂ ਹੀ ਦਿਨਾਂ 'ਚ ਉਸ ਸ਼ਹਿਰ 'ਚ ਇੱਕ ਬੁੱਢਾ ਤੇ ਬੁੱਢੀ ਰਹਿੰਦੇ ਸੀ। ਉਹ ਇੰਨੇ ਗਰੀਬ ਸੀ ਕਿ ਉਹਨਾਂ ਨੂੰ ਇੱਕ ਡੰਗ ਰੋਟੀ ਖਾ ਕੇ ਦੂਸਰੇ ਡੰਗ ਦੀ ਰੋਟੀ ਦਾ ਫਿਕਰ ਹੁੰਦਾ ਸੀ। ਉਹਨਾਂ ਨੇ ਵੀ ਇਸ ਜ਼ਹਿਰੀਲੇ ਫਲ ਦੀ ਚਰਚਾ ਸੁਣੀ ਤਾਂ ਬੁੱਢੇ ਨੇ ਸੋਚਿਆ ਕਿ ਕਿਉਂ ਨਾ ਉਹ ਇੱਕ ਇੱਕ ਫਲ ਖਾ ਕੇ ਆਪਣੇ ਇਸ ਦੁਖਦਾਈ ਜੀਵਨ ਦਾ ਅੰਤ ਕਰ ਲੈਣ। ਇਹ ਸੋਚ ਕੇ ਉਹ ਬੁੱਢਾ ਇੱਕ ਰਾਤ ਨੂੰ ਬਿਰਖ ਕੋਲੇ ਕਿਵੇਂ ਨਾ ਕਿਵੇਂ ਪਹੁੰਚ ਹੀ ਗਿਆ ਤੇ 2 ਫਲ ਤੋੜ ਕੇ ਲੈ ਆਇਆ। ਰਾਤ ਨੂੰ ਇੱਕ ਫਲ ਉਹਨੇ ਖਾਧਾ, ਇੱਕ ਬੁੱਢੀ ਨੂੰ ਖਵਾ ਕੇ ਉਹ ਲੇਟ ਗਏ। ਪਰ ਸਵੇਰ ਹੋਈ ਤਾਂ ਉਹ ਹੈਰਾਨ ਰਹਿ ਗਏ ਜਦੋਂ ਉਹਨਾਂ ਨੇ ਵੇਖਿਆ ਕਿ ਉਹ ਅਜੇ ਨਾ ਕੇਵਲ ਠੀਕ ਠਾਕ ਹੀ ਸੀ, ਬਲਕਿ ਉਹਨਾਂ ਦੇ ਸਰੀਰ ਵੀ ਜਵਾਨ ਹੋ ਗਏ ਸੀ। ਰਾਜੇ ਦੇ ਕੰਨਾਂ 'ਚ ਜਦੋਂ ਇਹ ਗੱਲ ਪਈ ਤਾਂ ਉਹਨੂੰ ਯਕੀਨ ਹੋ ਗਿਆ ਕਿ ਮੋਤੀ ਜਿਹੜਾ ਅਮਰ ਫਲ ਲੈ ਕੇ ਆਇਆ ਉਹ ਅਸਲੀ ਸੀ। ਹੁਣ ਉਹਨੂੰ ਆਪਣੀ ਜਲਦਬਾਜ਼ੀ ਉੱਤੇ, ਜਿਸ ਕਾਰਨ ਉਹਨੇ ਆਪਣੇ ਪਿਆਰੇ ਤੋਤੇ ਨੂੰ ਆਪਣੇ ਹੱਥੋਂ ਗਵਾ ਲਿਆ ਸੀ, ਬਹੁਤ ਹੀ ਅਫਸੋਸ ਹੋਇਆ। ਇੰਨੀ ਕਹਾਣੀ ਸੁਣਾ ਕੇ ਰਾਜਕੁਮਾਰ ਬੋਲਿਆ, ਤਾਂ ਹੀ ਤਾਂ ਮੈਂ ਕਹਿੰਦਾ, ਕਿਸੇ ਵੀ ਅਪਰਾਧੀ ਨੂੰ ਸਜ਼ਾ ਦੇਣ ਤੋਂ ਪਹਿਲਾਂ ਇਹ ਪਤਾ ਕਰ ਲੈਣਾ ਅਤੀ ਜ਼ਰੂਰੀ ਹੈ ਕਿ ਅਪਰਾਧੀ ਅਸਲ 'ਚ ਅਪਰਾਧੀ ਹੈ ਵੀ ਜਾਂ ਨਹੀਂ। ਰਾਜਾ ਇਹ ਸੁਣ ਕੇ ਬੜਾ ਖੁਸ਼ ਹੋਇਆ ਤੇ ਉਹਨੇ ਤੀਸਰੇ ਰਾਜਕੁਮਾਰ ਨੂੰ ਆਪਣੀ ਰਾਜਗੱਦੀ ਦਾ ਉੱਤਰਾਧਿਕਾਰੀ ਨਿਯੁਕਤ ਕਰ ਦਿੱਤਾ। ਧੰਨਵਾਦ। ਅਗਲੀ ਕਹਾਣੀ ਹੈ ਗਵਾਲੇ ਦਾ ਨਿਆਂ। ਇਹ ਹਿਮਾਚਲ ਦੀ ਲੋਕ ਗਾਥਾ ਹੈ। ਅੱਜ ਤੋਂ 700-800 ਸਾਲ ਪਹਿਲਾਂ ਹਿਮਾਚਲ ਦੀ ਕਾਂਗੜ ਰਿਆਸਤ ਉੱਤੇ ਇੱਕ ਬਹੁਤ ਹੀ ਇਮਾਨਦਾਰ ਰਾਜਾ ਰਾਜ ਕਰਦਾ ਸੀ। ਲੋਕ ਉਹਦੇ ਨਿਆਂ ਤੋਂ ਬਹੁਤ ਖੁਸ਼ ਸੀ। ਉਹ ਕਦੇ ਵੀ ਕਿਸੇ ਗਰੀਬ ਤੇ ਸੱਚੇ ਆਦਮੀ ਨਾਲ ਅਨਿਆਂ ਨਹੀਂ ਸੀ ਕਰਦਾ। ਪ੍ਰਜਾ ਉਹਦੇ ਰਾਜ ਵਿੱਚ ਖੁਸ਼ੀ-ਖੁਸ਼ੀ ਦਿਨ ਕੱਟ ਰਹੀ ਸੀ। ਉਹਦੇ ਰਾਜ 'ਚ ਇੱਕ ਨਿੱਕੇ ਜਿਹੇ ਪਿੰਡ 'ਚ ਇੱਕ ਸੋਮੂ ਨਾਂ ਦਾ ਗਵਾਲਾ ਸੀ। ਉਹ ਆਪਣੇ ਸਾਥੀ ਗਵਾਲਿਆਂ ਨਾਲ ਰਲ ਕੇ ਸਾਰੇ ਪਿੰਡ ਦੀਆਂ ਗਾਵਾਂ ਨੂੰ ਇਕੱਠਾ ਕਰਕੇ ਚਰਾਉਣ ਲਈ ਲੈ ਕੇ ਜਾਂਦਾ ਤੇ ਸ਼ਾਮ ਢਲੇ ਵਾਪਸ ਘਰ ਮੁੜ ਕੇ ਆਉਂਦਾ ਸੀ। ਘਰ 'ਚ ਉਹਦੀ ਇੱਕ ਬੁੱਢੀ ਮਾਂ ਸੀ। ਉਹਦਾ ਪਿਓ ਬਹੁਤ ਦੇਰ ਪਹਿਲਾਂ ਪਰਲੋਕ ਸਿਧਾਰ ਗਿਆ ਸੀ। ਦੋਵੇਂ ਮਾਂ ਪੁੱਤ ਖੁਸ਼ੀ ਨਾਲ ਜੀਵਨ ਬਤੀਤ ਕਰ ਰਹੇ ਸੀ। ਸੋਮੂ ਦੀ ਉਮਰ ਭਾਵੇਂ 17-18 ਸਾਲਾਂ ਦੀ ਸੀ, ਪਰ ਉਹਦੀ ਅਕਲ ਉਹਦੀ ਉਮਰ ਤੋਂ ਕਿਤੇ ਵੱਡੀ ਸੀ। ਜੇ ਪਿੰਡ 'ਚ ਕੋਈ ਲੜਾਈ ਝਗੜਾ ਹੋ ਜਾਂਦਾ ਤਾਂ ਸਾਰੇ ਉਹਦੀ ਰਾਏ ਜ਼ਰੂਰ ਲੈਂਦੇ। ਉਹ ਹਮੇਸ਼ਾ ਸੱਚੇ ਵਿਅਕਤੀ ਨਾਲ ਨਿਆਂ ਕਰਦਾ ਤੇ ਝੂਠੇ ਦੇ ਵਿਰੋਧ 'ਚ ਆਪਣਾ ਫੈਸਲਾ ਸੁਣਾ ਦਿੰਦਾ। ਪਿੰਡ ਦੇ ਲੋਕ ਸੋਮੂ ਦੇ ਇਸ ਗੁਣ ਨਾਲ ਪਿੰਡ 'ਚ ਹੀ ਆਪਣੇ ਲੜਾਈ ਝਗੜੇ ਨਿਪਟਾ ਲਿਆ ਕਰਦੇ ਸਨ। ਆਪਣੇ ਪਿੰਡ ਦਾ ਕੋਈ ਫੈਸਲਾ ਕਰਵਾਉਣ ਲਈ ਉਹਨਾਂ ਨੂੰ ਰਾਜੇ ਕੋਲ ਜਾਣ ਦੀ ਕਦੇ ਲੋੜ ਨਹੀਂ ਸੀ ਪਈ। ਪਰ ਇੱਕ ਦਿਨ ਬਹੁਤ ਹੀ ਅਜੀਬ ਸਥਿਤੀ ਸਾਹਮਣੇ ਆਈ। ਸੋਮੂ ਤੇ ਉਹਦੇ ਸਾਥੀ ਗਵਾਲੇ ਜਦੋਂ ਗਾਵਾਂ ਚਾਰਨ ਮਗਰੋਂ ਸ਼ਾਮ ਨੂੰ ਸੂਰਜ ਢਲੇ
ਆਪਣੇ ਘਰ ਵਾਪਸ ਮੁੜ ਰਹੇ ਸੀ ਤਾਂ ਉਹਨਾਂ ਨੇ ਵੇਖਿਆ ਰਾਹ 'ਚ ਇੱਕ ਔਰਤ ਤੇ ਦੋ ਆਦਮੀ ਆਪਸ 'ਚ ਲੜ ਰਹੇ ਸੀ। ਦਰਅਸਲ ਦੋਵੇਂ ਆਦਮੀ ਉਸ ਔਰਤ ਨੂੰ ਲੈ ਕੇ ਹੀ ਲੜ ਰਹੇ ਸੀ। ਸੋਮੂ ਨੇ ਉਹਨਾਂ ਨੂੰ ਪੁੱਛਿਆ ਤਾਂ ਇੱਕ ਬੋਲਿਆ, ਇਹ ਔਰਤ ਮੇਰੀ ਘਰ ਵਾਲੀ ਹੈ ਤੇ ਇਹ ਆਦਮੀ ਖਾਮਖਾਈ ਇਹਨੂੰ ਆਪਣੀ ਘਰ ਵਾਲੀ ਕਹਿ ਕੇ ਆਪਣੇ ਨਾਲ ਲੈ ਕੇ ਜਾ ਰਿਹਾ। ਦੂਜਾ ਬੋਲਿਆ, ਇਹ ਝੂਠ ਬੋਲਦਾ ਹੈ, ਇਹ ਮੇਰੀ ਘਰ ਵਾਲੀ ਹੈ, ਮੈਂ ਇਹਨੂੰ ਇੱਥੇ ਖੜਾ ਕਰਕੇ ਗਿਆ ਸੀ, ਵਾਪਸ ਆਇਆ ਤਾਂ ਦੇਖਿਆ ਇਹਨੂੰ ਲਈ ਜਾ ਰਿਹਾ। ਪੁੱਛਣ ਤੇ ਮੇਰੇ ਨਾਲ ਝਗੜਨ ਲੱਗ ਪਿਆ। ਫੈਸਲਾ ਬੜਾ ਔਖਾ ਸੀ। ਗਵਾਲਿਆਂ ਨੇ ਸੋਮੂ ਨੂੰ ਫੈਸਲਾ ਕਰਨ ਲਈ ਕਿਹਾ, ਪਰ ਪਹਿਲਾ ਆਦਮੀ ਅੜ ਗਿਆ। ਸੋਮੂ ਕੌਣ ਹੈ ਫੈਸਲਾ ਕਰਨ ਵਾਲਾ? ਅਸੀਂ ਰਾਜੇ ਕੋਲ ਆਪਣੀ ਫਰਿਆਦ ਲੈ ਕੇ ਜਾਵਾਂਗੇ। ਗਵਾਲਿਆਂ ਦੇ ਸਮਝਾਉਣ ਤੇ ਵੀ ਤਿੰਨੋਂ ਜਣੇ ਰਾਜੇ ਕੋਲ ਚਲੇ ਗਏ। ਰਾਜਾ ਵੀ ਅਜਿਹਾ ਝਗੜਾ ਵੇਖ ਕੇ ਹੈਰਾਨੀ 'ਚ ਪੈ ਗਿਆ। ਆਖਰ ਉਹਨੇ ਔਰਤ ਤੋਂ ਪੁੱਛਿਆ, ਤੂੰ ਦੱਸ ਤੇਰਾ ਪਤੀ ਕਿਹੜਾ ਹੈ? ਔਰਤ ਹੱਥ ਜੋੜ ਕੇ ਬੋਲੀ, ਮਹਾਰਾਜ, ਮੈਂ ਤੇ ਮੇਰਾ ਪਤੀ ਦੋਵੇਂ ਇਸ ਸੰਘਣੇ ਜੰਗਲ 'ਚੋਂ ਜਾ ਰਹੇ ਸੀ। ਅਚਾਨਕ ਮੇਰੇ ਪਤੀ ਨੂੰ ਪਿਆਸ ਲੱਗੀ। ਉਹ ਮੈਨੂੰ ਉੱਥੇ ਖੜਾ ਕਰਕੇ ਨੇੜੇ ਦਿਸਦੇ ਖੂਹ 'ਚੋਂ ਪਾਣੀ ਪੀਣ ਚਲਾ ਗਿਆ। ਕੁਝ ਦੇਰ ਬਾਅਦ ਇਹ ਆਇਆ ਤੇ ਕਹਿਣ ਲੱਗਾ, ਚੱਲ ਤੁਰ। ਮੈਂ ਤੁਰ ਪਈ ਤਾਂ ਮਗਰੋਂ ਇੱਕ ਹੋਰ ਆਦਮੀ ਮੈਨੂੰ ਪਿੱਛੋਂ ਆਵਾਜ਼ਾਂ ਮਾਰਨ ਲੱਗ ਪਿਆ। ਹੁਣ ਦੋਹਾਂ ਆਦਮੀਆਂ ਦੀ ਸ਼ਕਲ ਇੱਕੋ ਜਿਹੀ ਹੈ, ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦੀ। ਰਾਜਾ ਵੀ ਉਹਦੀ ਗੱਲ ਸੁਣ ਕੇ ਸ਼ਸ਼ੋਪੰਚ ਪੈ ਗਿਆ। ਸੱਚਮੁੱਚ ਦੋਹਾਂ ਆਦਮੀਆਂ ਦੀ ਸ਼ਕਲ 'ਚ ਸੂਈ ਜਿੰਨਾ ਅੰਤਰ ਵੀ ਨਹੀਂ ਸੀ। ਇੰਨੇ ਨੂੰ ਉਹਨਾਂ ਦੇ ਨਾਲ ਆਇਆ ਹੀ ਇੱਕ ਗਵਾਲਾ ਬੋਲਿਆ, ਮਹਾਰਾਜ, ਇਹਦਾ ਫੈਸਲਾ ਸੋਮੂ ਕਰ ਸਕਦਾ ਹੈ। ਸੋਮੂ ਕੌਣ? ਰਾਜੇ ਨੇ ਪੁੱਛਿਆ। ਸਾਡੇ ਪਿੰਡ ਦਾ ਗਵਾਲਾ ਹੈ ਮਹਾਰਾਜ, ਬੁਲਾਓ ਉਹਨੂੰ ਕੱਲ ਦਰਬਾਰ 'ਚ ਹਾਜ਼ਰ ਕਰੋ। ਨਾਲ ਹੀ ਰਾਜੇ ਨੇ ਤਿੰਨਾਂ ਨੂੰ ਹਿਰਾਸਤ 'ਚ ਰੱਖਣ ਦਾ ਹੁਕਮ ਦਿੱਤਾ। ਅਗਲੇ ਦਿਨ ਸਵੇਰੇ ਸੋਮੂ ਦਰਬਾਰ 'ਚ ਹਾਜ਼ਰ ਹੋਇਆ। ਰਾਜੇ ਦੇ ਕਹਿਣ ਤੇ ਤਿੰਨਾਂ ਜਣਿਆਂ ਨੂੰ ਵੀ ਦਰਬਾਰ 'ਚ ਲਿਆਂਦਾ ਗਿਆ। ਕੁਝ ਸੋਚ ਕੇ ਸੋਮੂ ਬੋਲਿਆ, ਇੱਕ ਨਲਕੀ ਲਿਆਂਦੀ ਜਾਏ ਜਿਹੜੀ ਦੋਹਾਂ ਪਾਸਿਆਂ ਤੋਂ ਖੁੱਲੀ ਹੋਵੇ। ਨਲਕੀ ਲਿਆਂਦੀ ਗਈ। ਸੋਮੂ ਬੋਲਿਆ, ਤੁਹਾਡੇ 'ਚੋਂ ਜਿਹੜਾ ਆਦਮੀ ਇੱਕ ਪਾਸਿਓਂ ਵੜ ਕੇ ਦੂਜੇ ਪਾਸਿਓਂ ਨਿਕਲ ਆਏਗਾ ਉਹ ਇਸ ਔਰਤ ਦਾ ਹੱਕਦਾਰ ਹੋਏਗਾ। ਰਾਜੇ ਨੇ ਹੌਲੀ ਕੁ ਦੇਣੇ ਸੋਮੂ ਤੋਂ ਪੁੱਛਿਆ, ਇਹ ਕੀ ਚੱਕਰ ਹੈ? ਹੁਣੇ ਹੀ ਦੱਸਦਾ ਮਹਾਰਾਜ। ਸੋਮੂ ਦੇ ਕਹਿਣ ਤੇ ਪਹਿਲੇ ਆਦਮੀ ਨੇ ਨਲਕੀ 'ਚ ਪ੍ਰਵੇਸ਼ ਕੀਤਾ ਤਾਂ ਸੋਮੂ ਨੇ ਦੋਹਾਂ ਪਾਸਿਆਂ ਤੋਂ ਨਲਕੀ ਬੰਦ ਕਰ ਲਈ ਤੇ ਰਾਜੇ ਨੂੰ ਕਹਿਣ ਲੱਗਾ, ਮਹਾਰਾਜ, ਇਹ ਦੂਸਰਾ ਆਦਮੀ ਇਸ ਔਰਤ ਦਾ ਅਸਲੀ ਪਤੀ ਹੈ। ਪਹਿਲਾ ਆਦਮੀ ਮਾਇਆਵੀ ਆਦਮੀ ਹੈ ਜਿਹੜਾ ਸੂਖਮ ਰੂਪ ਧਾਰਨ ਕਰਕੇ ਇਸ ਨਲਕੀ ਅੰਦਰ ਛੁਪਿਆ ਬੈਠਾ ਹੈ। ਰਾਜਾ ਉਹਦੀ ਗੱਲ ਸੁਣ ਕੇ ਬੜਾ ਖੁਸ਼ ਹੋਇਆ। ਉਹਨੇ ਅਸਲੀ ਪਤੀ ਨੂੰ ਉਹਦੀ ਪਤਨੀ ਨਾਲ ਵਾਪਸ ਭੇਜ ਦਿੱਤਾ ਤੇ ਸੋਮੂ ਨੂੰ ਆਪਣਾ ਮਹਾਮੰਤਰੀ ਨਿਯੁਕਤ ਕਰਕੇ ਆਪਣੇ ਦਰਬਾਰ 'ਚ ਹੀ ਰੱਖ ਲਿਆ। ਆਪਣੀ ਅਕਲ ਸਦਕਾ ਸੋਮੂ ਇੱਕ ਮਾਮੂਲੀ ਗਵਾਲੇ ਤੋਂ ਮਹਾਮੰਤਰੀ ਬਣ ਗਿਆ। ਧੰਨਵਾਦ। ਅਗਲੀ ਕਹਾਣੀ ਹੈ, ਉਹ ਤਾਂ ਕਹਾਣੀ ਸੀ, ਮਿਥਿਲਾਂਚਲ ਦੀ ਕਹਾਣੀ ਹੈ। ਮਿਥਿਲਾਂਚਲ ਦੇ ਇੱਕ ਪਿੰਡ 'ਚ ਇੱਕ ਦੀਨੂ ਕਾਕਾ ਨਾਮ ਦਾ ਇੱਕ ਬੜਾ ਹੀ ਬਦਤੂਨੀ ਆਦਮੀ ਰਹਿੰਦਾ ਸੀ। ਗੱਲਾਂ ਬਾਤਾਂ 'ਚ ਉਹਦਾ ਕੋਈ ਜਵਾਬ ਹੀ ਨਹੀਂ ਸੀ। ਗੱਲਾਂ ਬਾਤਾਂ ਆਸਰੇ ਉਹ ਵੱਡੇ ਵੱਡੇ ਮਹਿਲ ਉਸਾਰ ਦਿੰਦਾ। ਬੱਚੇ ਉਹਦੀਆਂ ਗੱਲਾਂ ਸੁਣ ਕੇ ਬੜੇ ਖੁਸ਼ ਹੁੰਦੇ ਤੇ ਉਸ ਤੋਂ ਕਹਾਣੀਆਂ ਸੁਣਨ ਲਈ ਉਹਦੇ ਆਲੇ ਦੁਆਲੇ ਇਕੱਠੇ ਹੋਏ ਰਹਿੰਦੇ। ਇੱਕ ਦਿਨ ਸ਼ਾਮ ਨੂੰ ਪਿੰਡ ਦੇ ਕਈ ਬੱਚੇ ਕਹਾਣੀ ਸੁਣਨ ਲਈ ਦੀਨੂ ਕਾਕਾ ਦੇ ਘਰੇ ਆ ਗਏ। ਦੀਨੂ ਕਾਕਾ ਨੇ ਆਪਣੇ ਆਪ ਨੂੰ ਤਿਆਰ ਕਰਕੇ ਖੰਗੂਰਾ ਮਾਰਿਆ ਤੇ ਬੋਲਿਆ, ਲਓ ਪੁੱਤਰੋ, ਤੁਹਾਨੂੰ ਅੱਜ ਮੈਂ ਇਹੋ ਜਿਹੀ ਕਹਾਣੀ ਸੁਣਾਉਣਾ ਜਦੋਂ ਮੈਂ ਕੰਧ ਨੂੰ ਕਾਰ ਬਣਾ ਕੇ ਭਜਾ ਲਿਆ ਸੀ। ਬੱਚੇ ਬੜੇ ਹੈਰਾਨ ਹੋਏ, ਕੰਧ ਨੂੰ ਕਾਰ ਬਣਾ ਕੇ ਭਜਾ ਲਿਆ? ਹਾਂ ਹਾਂ, ਦੀਨੂ ਬੋਲਿਆ ਤੇ ਕਹਾਣੀ ਸੁਣਾਉਣ ਲੱਗਿਆ। ਲਓ ਵੀ ਪੁੱਤਰੋ, ਗੱਲ ਉਦੋਂ ਦੀ ਹੈ ਜਦੋਂ ਮੈਂ ਜਵਾਨ ਸੀ। ਇੱਕ ਦਿਨ ਮੈਂ ਸ਼ਾਮ ਨੂੰ ਪਿੰਡ ਦੇ ਦਰਵਾਜ਼ੇ ਕੋਲ ਕੰਧ ਤੇ ਬੈਠਾ ਬੀੜੀ ਪੀ ਰਿਹਾ ਸੀ ਕਿ ਪਿੰਡ ਵਾਲੇ ਭੱਜੇ ਭੱਜੇ ਆਏ ਤੇ ਮੈਨੂੰ ਕਹਿਣ ਲੱਗੇ, ਦੀਨੂ ਕਾਕਾ, ਸਾਡੀ ਜਾਨ ਬਚਾ, ਪਿੰਡ 'ਚ ਇੱਕ ਸ਼ੇਰ ਖੇਤਾਂ ਵੱਲੋਂ ਹੋ ਕੇ ਭੱਜਿਆ ਆਉਂਦਾ, ਉਹ ਸਾਰੇ ਪਿੰਡ ਨੂੰ ਖਾ ਜਾਏਗਾ। ਮੈਂ ਬੜਾ ਹੈਰਾਨ ਹੋਇਆ। ਇਹ ਪਹਿਲੀ ਵਾਰ ਸੀ ਕਿ ਸ਼ੇਰ ਪਿੰਡ 'ਚ ਵੜ ਆਇਆ ਸੀ, ਪਰ ਲੋਕਾਂ ਤੇ ਮੇਰਾ ਰੋਹਬ ਬਹੁਤ ਜ਼ਿਆਦਾ ਸੀ, ਇਸ ਲਈ ਮੈਂ ਉਹਨਾਂ ਨੂੰ ਹੌਸਲਾ ਦਿੱਤਾ, ਓਏ ਤੁਸੀਂ ਡਰਦੇ ਕਿਉਂ? ਸ਼ੇਰ ਸ਼ੇਰ ਹੈ ਤੇ ਮੈਂ ਸਵਾ ਸ਼ੇਰ ਹਾਂ। ਆਪਾਂ ਮਾੜੀ ਮੋਟੀ ਚੀਜ਼ ਤੋਂ ਨਹੀਂ ਡਰਦੇ, ਨਾਲੇ ਤੁਸੀਂ ਮੇਰੀ ਤਾਕਤ ਵੇਖੀ ਨਹੀਂ ਅਜੇ। ਪਿੰਡ ਵਾਲੇ ਹੈਰਾਨ ਪਰੇਸ਼ਾਨ ਖੜੇ ਸੀ। ਓਏ ਡਰਦੇ ਕਿਉਂ? ਮੈਂ ਇਹ ਕੰਧ ਨੂੰ ਭਜਾ ਕੇ ਸ਼ੇਰ ਦੇ ਮੂਹਰੇ ਲੈ ਜਾਵਾਂਗਾ
ਤੇ ਸ਼ੇਰ ਦੀ ਬੱਕਰੀ ਬਣਾ ਦਿਆਂਗਾ। ਪਿੰਡ ਵਾਲੇ ਕਹਿਣ ਲੱਗੇ, ਦੀਨੂ ਕਾਕਾ ਜੇ ਕੁਝ ਕਰਨਾ ਹੈ ਤੇ ਛੇਤੀ ਕਰ, ਨਹੀਂ ਤਾਂ ਫਾਲਤੂ ਗੱਲਾਂ ਮਾਰਨ ਦਾ ਕੀ ਫਾਇਦਾ। ਲੋ ਬਈ ਪੁੱਤਰੋ, ਮੈਂ ਪੜਿਆ ਮੰਤਰ ਤੇ ਕੰਧ ਨੂੰ ਭਜਾ ਲਿਆ। ਉੱਤੇ ਮੈਂ ਬੈਠਾ, ਪਿੱਛੇ ਪਿੱਛੇ ਲੋਕ ਵੀ ਭੱਜੇ ਆਉਣ। ਮੈਂ ਪਿੰਡ ਦੇ ਮੂਹਰੇ ਕੰਧ ਖੜੀ ਕਰਤੀ। ਫਿਰ ਮੈਂ ਮੰਤਰ ਪੜਿਆ ਤੇ ਸ਼ੇਰ ਬੱਕਰੀ ਬਣ ਗਿਆ। ਬੜਾ ਜ਼ੋਰ ਮਾਰਿਆ ਸ਼ੇਰ ਨੇ, ਪਰ ਉਹ ਕੰਧ ਪਾਰ ਨਹੀਂ ਕਰ ਸਕਿਆ। ਅੱਛਾ, ਸਾਰੇ ਬੱਚਿਆਂ ਦੇ ਮੂੰਹ ਹੈਰਾਨੀ ਨਾਲ ਖੁੱਲੇ ਰਹਿ ਗਏ। ਹੋਰ ਕੀ ਪੁੱਤਰੋ, ਬਸ ਲੋਕ ਇੰਨੇ ਖੁਸ਼ ਹੋਏ ਕਿ ਉਹਨਾਂ ਨੇ ਮੈਨੂੰ ਫੁੱਲਾਂ ਦੇ ਹਾਰ ਪਾਏ ਤੇ ਮੈਨੂੰ ਮੋਢਿਆਂ ਤੇ ਬਿਠਾ ਕੇ ਪਿੰਡ ਵਾਪਸ ਲੈ ਆਏ। ਮੇਰੀ ਖੂਬ ਸੇਵਾ ਕੀਤੀ। ਪਰ ਸਾਹਮਣੇ ਬੈਠੇ ਸਾਰੇ ਬੱਚੇ ਬੁੱਧੂ ਨਹੀਂ ਸਨ। ਕਈ ਬੱਚੇ ਬੜੇ ਸ਼ੈਤਾਨ ਸੀ। ਇੱਕ ਬੱਚਾ ਉਹਨਾਂ 'ਚ ਬੋਲਿਆ, ਪਰ ਦੀਨੂ ਕਾਕਾ, ਫਿਰ ਉਹ ਕੰਧ ਉੱਥੇ ਹੀ ਖੜੀ ਰਹੀ ਕਿ ਮੁੜ ਆਈ? ਤੁਸੀਂ ਤਾਂ ਲੋਕਾਂ ਦੇ ਮੋਢਿਆਂ ਤੇ ਬੈਠ ਕੇ ਆ ਗਏ ਤੇ ਪਿੰਡ ਦੇ ਬਾਹਰ ਕੋਈ ਕੰਧ ਖੜੀ ਵੀ ਨਹੀਂ। ਵਾਹ ਬਈ ਪੁੱਤਰੋ, ਤੁਸੀਂ ਵੀ ਬੜੇ ਭੋਲੇ ਪੰਛੀ ਹੋ। ਜਦੋਂ ਕੰਧ ਤੁਰੀ ਨਹੀਂ ਤਾਂ ਫਿਰ ਉੱਥੇ ਆਏਗੀ ਕਿੱਥੋਂ? ਪਰ ਹੁਣੇ ਤਾਂ ਤੁਸੀਂ ਕਹਿੰਦੇ ਸੀ ਤੁਸੀਂ ਕੰਧ ਭਜਾ ਕੇ ਲੈ ਗਏ। ਬੱਚਾ ਹੈਰਾਨੀ ਨਾਲ ਪੁੱਛਣ ਲੱਗਾ, ਓਏ ਮੈਂ ਤਾਂ ਕਿਹਾ ਸੀ, ਪਰ ਉਹ ਤਾਂ ਕਹਾਣੀ ਸੀ। ਹੁਣ ਇਉਂ ਦੱਸੋ, ਕਹਾਣੀ ਕਿਹੋ ਜਿਹੀ ਲੱਗੀ? ਉਹਦੇ ਇੰਨਾ ਕਹਿਣ ਦੀ ਦੇਰ ਸੀ ਕਿ ਸਾਰੇ ਬੱਚੇ ਖਿੜਖੜਾ ਕੇ ਹੱਸ ਪਏ। ਧੰਨਵਾਦ। ਪੱਤੇ ਦੀ ਮਣੀਪੁਰ ਦੀ ਕਹਾਣੀ ਹੈ ਮਖਮਲ ਦੇ ਪੱਤੇ। ਇਹ ਉਦੋਂ ਦੀ ਗੱਲ ਹੈ ਜਦੋਂ ਧਰਤੀ ਉੱਤੇ ਸਿਰਫ ਰੁੱਖ ਹੀ ਰੁੱਖ ਸਨ। ਉਹਨਾਂ ਨੂੰ ਪੱਤੇ ਅਜੇ ਨਹੀਂ ਸੀ ਲੱਗੇ। ਰੁੰਡ ਮਰੁੰਡ ਬਿਰਖ ਧਰਤੀ ਦੇ ਉੱਗਦੇ ਸੀ। ਉਹਨਾਂ ਦੀ ਕੋਈ ਛਾਂ ਨਹੀਂ ਸੀ ਹੁੰਦੀ ਕਿਉਂਕਿ ਉਹਨਾਂ ਨੂੰ ਪੱਤੇ ਨਹੀਂ ਸੀ ਲੱਗਦੇ। ਸਿਖਰ ਦੁਪਹਿਰ ਗਰਮੀ ਦੀ ਰੁੱਤ 'ਚ ਜੰਗਲ 'ਚ ਰਹਿਣ ਵਾਲੇ ਪਸ਼ੂ ਪੰਛੀ ਛਾਂ ਦੀ ਤਲਾਸ਼ 'ਚ ਭਟਕਦੇ, ਪਰ ਵਿਅਰਥ। ਆਖਰ ਇੱਕ ਦਿਨ ਉਹ ਇਕੱਠੇ ਹੋ ਕੇ ਰਾਜੇ ਕੋਲ ਗਏ। ਹੱਥ ਜੋੜ ਕੇ ਫਰਿਆਦ ਕੀਤੀ, ਮਹਾਰਾਜ, ਅਸੀਂ ਆਪ ਦੇ ਰਾਜ 'ਚ ਰਹਿ ਰਹੇ ਹਾਂ, ਪਰ ਜੰਗਲ 'ਚ ਦਰਖਤਾਂ ਨੂੰ ਪੱਤੇ ਨਹੀਂ ਲੱਗਦੇ। ਅਸੀਂ ਗਰਮੀ ਨਾਲ ਮਾਰੇ ਫਿਰਦੇ ਹਾਂ। ਸਾਡਾ ਕੋਈ ਪ੍ਰਬੰਧ ਕੀਤਾ ਜਾਏ। ਰਾਜੇ ਨੇ ਉਹਨਾਂ ਪਸ਼ੂਆਂ ਪੰਛੀਆਂ ਤੇ ਬੜਾ ਤਰਸ ਆਇਆ। ਉਹਨੇ ਉਦੋਂ ਹੀ ਆਪਣੇ ਮੰਤਰੀ ਨੂੰ ਬੁਲਾਇਆ ਤੇ ਹੁਕਮ ਦਿੱਤਾ, ਹੁਣੇ ਮੇਰੇ ਕੱਪੜੇ ਦੇ ਭੰਡਾਰ 'ਚੋਂ ਮਖਮਲ ਦੇ ਥਾਨ ਲੈ ਤੇ ਜੰਗਲ 'ਚ ਜਾ ਕੇ ਸਾਰੇ ਦਰਖਤਾਂ ਨਾਲ ਥਾਨ ਵਿੱਚੋਂ ਪੱਤੇ ਕੱਟ ਕੇ ਗੂੰਦ ਨਾਲ ਚਿਪਕਾ ਦੇ, ਤਾਂ ਕਿ ਇਹ ਜੀਵ ਖੁਸ਼ੀ ਰਹਿ ਸਕਣ। ਮੰਤਰੀ ਬੋਲਿਆ, ਠੀਕ ਹੈ ਮਹਾਰਾਜ, ਪਰ ਇਹ ਕੰਮ ਕਿੰਨੇ ਕੁ ਦਿਨਾਂ 'ਚ ਪੂਰਾ ਹੋ ਜਾਊਗਾ? ਰਾਜੇ ਨੇ ਪੁੱਛਿਆ। ਇਹੀ ਮਹਾਰਾਜ, ਕੋਈ 2-3 ਮਹੀਨੇ ਤਾਂ ਲੱਗਣਗੇ, ਮੰਤਰੀ ਨੇ ਜਵਾਬ ਦਿੱਤਾ। ਚੱਲ ਠੀਕ ਹੈ, ਮੈਂ ਛੇਤੀ ਕਿਸੇ ਦਿਨ ਵੇਖਣ ਆਵਾਂਗਾ। ਤੇਰਾ ਖਾਣਾ ਤੈਨੂੰ ਉੱਥੇ ਹੀ ਪਹੁੰਚਦਾ ਰਹੇਗਾ। ਮੰਤਰੀ ਕੈਂਚੀ, ਮਖਮਲ ਦੇ ਥਾਨ ਤੇ ਗੂੰਦ ਦੀ ਸ਼ੀਸ਼ੀ ਲੈ ਕੇ ਜੰਗਲ 'ਚ ਜਾ ਪਹੁੰਚਿਆ। ਉੱਥੇ ਰਹਿਣ ਵਾਸਤੇ ਉਹਨੇ ਇੱਕ ਗੁਫਾ ਦੀ ਤਲਾਸ਼ ਕੀਤੀ ਤੇ ਮਖਮਲ ਦਾ ਇੱਕ ਥਾਨ ਉੱਥੇ ਵਿਛਾ ਲਿਆ, ਖਾਣਾ ਖਾਧਾ ਤੇ ਸੌਂ ਗਿਆ। ਇਉਂ ਕਈ ਦਿਨ ਲੰਘ ਗਏ। ਰਾਜ ਮਹਿਲ 'ਚ ਉਸ ਲਈ ਖਾਣਾ ਆਉਂਦਾ, ਉਹ ਮਜ਼ੇ ਨਾਲ ਖਾਣਾ ਖਾਂਦਾ ਤੇ ਮਖਮਲੀ ਗੱਦਿਆਂ ਤੇ ਸੌਂ ਜਾਂਦਾ। ਪਹਿਲਾਂ ਦਿਨ ਗੁਜ਼ਰੇ, ਫਿਰ ਹਫ਼ਤੇ ਗੁਜ਼ਰੇ, ਇਸੇ ਤਰ੍ਹਾਂ ਮਹੀਨੇ ਲੰਘ ਗਏ। ਗਰਮੀਆਂ ਲੰਘ ਗਈਆਂ, ਸਰਦੀ ਆਈ, ਫਿਰ ਗਰਮੀ ਆਈ, ਪਰ ਮੰਤਰੀ ਖਾਣਾ ਖਾ ਕੇ ਆਰਾਮ ਨਾਲ ਸੌਂਦਾ ਰਿਹਾ। ਜੰਗਲੀ ਜੀਵ ਵਿਚਾਰੇ ਫਿਰ ਧੁੱਪ ਨਾਲ ਸੜਨ ਲੱਗੇ। ਉਹ ਫਿਰ ਫਰਿਆਦ ਲੈ ਕੇ ਰਾਜੇ ਕੋਲ ਗਏ, ਪਰ ਮੰਤਰੀ ਨੂੰ ਭੇਜਿਆ ਤਾਂ ਹੋਇਆ, ਮੈਂ ਪੱਤੇ ਲਾਉਣ ਲਈ? ਰਾਜੇ ਨੇ ਹੈਰਾਨ ਹੋ ਕੇ ਪੁੱਛਿਆ। ਪਰ ਮਹਾਰਾਜ, ਉਹ ਤਾਂ ਤੁਹਾਡੇ ਵੱਲੋਂ ਭੇਜਿਆ ਖਾਣਾ ਖਾ ਕੇ ਆਰਾਮ ਨਾਲ ਗੁਫਾ 'ਚ ਸੁੱਤਾ ਰਹਿੰਦਾ ਹੈ, ਇੱਕ ਖਰਗੋਸ਼ ਬੋਲਿਆ। ਰਾਜਾ ਇਹ ਸੁਣਦੇ ਸਾਰੀ ਅੱਗ ਬਬੂਲਾ ਹੋ ਗਿਆ। ਉਹਨੇ ਉਸੇ ਵੇਲੇ ਆਪਣਾ ਰੱਥ ਤਿਆਰ ਕਰਵਾਇਆ ਤੇ ਤੁਰੰਤ ਜੰਗਲ 'ਚ ਗੁਫਾ ਦੇ ਸਾਹਮਣੇ ਜਾ ਪਹੁੰਚਿਆ। ਅੱਗੇ ਮੰਤਰੀ ਜੀ ਮਜ਼ੇ ਨਾਲ ਕੁਰਾੜੇ ਮਾਰ ਰਹੇ ਸੀ। ਇਹ ਕੀ ਹੋ ਰਿਹਾ? ਰਾਜਾ ਗੁੱਸੇ ਨਾਲ ਗਰਜਿਆ। ਮਹਾਰਾਜ, ਮੰਤਰੀ ਤਰਬਕ ਕੇ ਉੱਠਿਆ ਤੇ ਬੋਲਿਆ, ਮਹਾਰਾਜ, ਮੈਂ ਸੋਚ ਰਿਹਾ ਸੀ ਕਿ ਕਿਹੜੇ ਦਰਖਤ ਤੇ ਕਿਹੋ ਜਿਹੇ ਪੱਤੇ ਲਾਏ ਜਾਣ। ਮੈਂ ਤੈਨੂੰ 3 ਦਿਨ ਦਾ ਸਮਾਂ ਦਿੰਦਾ। ਜੇ 3 ਦਿਨ 'ਚ ਸਾਰੇ ਜੰਗਲ 'ਚ ਪੱਤੇ ਨਾ ਲੱਗੇ ਤਾਂ ਤੈਨੂੰ ਸ਼ਹਿਰ 'ਚ ਖੜਾ ਹੋ ਕੇ ਤੇਰਾ ਸਿਰ ਤੇਰੇ ਧੜ ਤੋਂ ਵੱਖ ਕਰ ਦਿਆਂਗਾ। ਤੈਨੂੰ ਸ਼ਹਿਰ 'ਚ ਖੜਾ ਕੇ ਤੇਰਾ ਸਿਰ ਤੇਰੇ ਧੜ ਤੋਂ ਵੱਖ ਕਰ ਦਿਆਂਗਾ। ਰਾਜਾ ਇੰਨਾ ਆਖ ਕੇ ਚਲਾ ਗਿਆ। ਮੰਤਰੀ ਨੂੰ ਆਪਣੀ ਜਾਨ ਦੀ ਫਿਕਰ ਪੈ ਗਈ। ਉਹਨੇ ਫਟਾਫਟ ਮਖਮਲ ਦੇ ਥਾਨ ਚੁੱਕੇ, ਕੈਂਚੀ ਤੇ ਗੂੰਦ ਦੀ ਸ਼ੀਸ਼ੀ ਚੱਕੀ, ਗੁਫਾ ਤੋਂ ਬਾਹਰ ਨਿਕਲ ਆਇਆ। ਫਟਾਫਟ ਕੈਂਚੀ ਨਾਲ ਮਖਮਲ ਦੇ ਥਾਨਾਂ 'ਚੋਂ ਪੱਤੇ ਕੱਟ ਕੇ ਦਰਖਤਾਂ ਤੇ ਚਿਪਕਾਉਣ ਲੱਗਿਆ। ਆਪਣੀ ਜਾਨ ਬਚਾਉਣ ਲਈ ਉਹਨੇ ਕਾਹਲੀ 'ਚ ਪੱਤੇ ਕੱਟਦੇ ਸਮੇਂ
ਉਹਨਾਂ ਪੱਤਿਆਂ ਦਾ ਆਕਾਰ ਇੱਕੋ ਜਿਹਾ ਨਹੀਂ ਸੀ ਰੱਖ ਸਕਿਆ। ਕਿਸੇ ਪੱਤੇ ਦਾ ਆਕਾਰ ਤਿਕੋਣਾ, ਕਿਸੇ ਦਾ ਕਿਸ਼ਤੀ ਵਰਗਾ, ਕਿਸੇ ਦਾ ਲੰਬਾ, ਕਿਸੇ ਦਾ ਚੌੜਾ। ਬਸ ਜਿਵੇਂ ਵੀ ਆਇਆ ਉਹ ਪੱਤੇ ਕੱਟ ਕੇ ਚਿਪਕਾਈ ਗਿਆ। ਆਖਦੇ ਨੇ ਉਦੋਂ ਤੋਂ ਹੀ ਦਰਖਤਾਂ ਦੇ ਪੱਤੇ ਇੱਕੋ ਜਿਹੇ ਨਹੀਂ ਹੁੰਦੇ। ਕੋਈ ਲੰਬੇ, ਕੋਈ ਚੌੜੇ, ਕੋਈ ਤਿਕੋਨੇ, ਕੋਈ 5 ਕੋਨਿਆਂ ਵਾਲੇ ਪੱਤੇ ਉਦੋਂ ਤੋਂ ਹੀ ਦਰਖਤਾਂ ਨਾਲ ਚਿਪਕਾਏ ਗਏ। ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਕਾਲੀ ਕਾਲੀ ਕੱਟਦੇ ਸਮੇਂ ਜਿਹੜੀਆਂ ਕਾਤਰਾਂ ਲੀਰਾਂ ਦੇ ਰੂਪ 'ਚ ਮਖਮਲ ਦੇ ਥਾਨਾਂ ਨਾਲੋਂ ਬਚੀਆਂ, ਉਹਨੂੰ ਮੰਤਰੀ ਨੇ ਧਰਤੀ ਤੇ ਖਿਲਾਰਤਾ, ਜਿਹੜੀਆਂ ਘਾਹ ਬਣ ਕੇ ਉੱਗ ਪਈਆਂ। 3 ਦਿਨ ਬਾਅਦ ਰਾਜਾ ਆਇਆ। ਮੰਤਰੀ ਦਾ ਕੰਮ ਵੇਖ ਕੇ ਉਹ ਬਹੁਤ ਖੁਸ਼ ਹੋਇਆ। ਉਹਨੂੰ ਬਹੁਤ ਸਾਰਾ ਇਨਾਮ ਦਿੱਤਾ। ਜੰਗਲ ਦੇ ਜੀਵ ਵੀ ਖੁਸ਼ ਸੀ। ਹੁਣ ਬਲਦੀ ਦੁਪਹਿਰ ਵਿੱਚ ਉਹ ਦਰਖਤਾਂ ਦੀ ਛਾਵੇਂ ਬੈਠ ਕੇ ਸੁਰਗਾਂ ਦਾ ਆਨੰਦ ਲੈ ਸਕਦੇ ਸੀ। ਧੰਨਵਾਦ। ਕਰਨਾਟਕ ਦੀ ਲੋਕ ਗਾਥਾ ਹੈ 4 ਸਵਾਲ। ਰਾਜਾ ਭੀਮ ਸੈਨ ਦਾ ਮੰਤਰੀ ਬਹੁਤ ਹੀ ਚੁਸਤ ਤੇ ਬੁੱਧੀਮਾਨ ਵਿਅਕਤੀ ਸੀ। ਰਾਜਾ ਭੀਮ ਸੈਨ ਉਸੇ ਦੀ ਸਿਆਣਪ ਦੇ ਸਿਰ ਤੇ ਆਪਣਾ ਰਾਜ ਭਾਗ ਸਫਲਤਾ ਨਾਲ ਚਲਾ ਰਿਹਾ ਸੀ। ਉਹਦਾ ਰਾਜ ਛੋਟਾ ਜਿਹਾ ਪਰ ਬੜਾ ਹੀ ਖੁਸ਼ਹਾਲ ਸੀ, ਜਿੱਥੇ ਪ੍ਰਜਾ ਚੈਨ ਨਾਲ ਆਪਣਾ ਜੀਵਨ ਬਤੀਤ ਕਰ ਰਹੀ ਸੀ। ਅਚਾਨਕ ਇੱਕ ਦਿਨ ਗੁਆਂਢੀ ਦੇਸ਼ ਦਾ ਦੂਤ ਇੱਕ ਸੁਨੇਹਾ ਲੈ ਕੇ ਰਾਜ ਦਰਬਾਰ 'ਚ ਹਾਜ਼ਰ ਹੋਇਆ। ਰਾਜੇ ਦੇ ਪੁੱਛਣ ਤੇ ਉਹ ਬੋਲਿਆ, ਮਹਾਰਾਜ, ਸਾਡੇ ਆਦਰਯੋਗ ਮਹਾਰਾਜ ਨੇ ਤੁਹਾਡੇ ਲਈ 4 ਸਵਾਲ ਭੇਜੇ ਹਨ। ਇਹਨਾਂ ਦਾ ਠੀਕ ਜਵਾਬ ਨਾ ਦੇਣ ਤੇ ਸਾਡਾ ਦੇਸ਼ ਤੁਹਾਡੇ ਦੇਸ਼ ਤੇ ਹਮਲਾ ਕਰੇਗਾ। ਇੰਨਾ ਕਹਿੰਦੇ ਦੂਤ ਨੇ ਇੱਕ ਕਾਗਜ਼ ਮੰਤਰੀ ਦੇ ਹੱਥ ਫੜਾ ਦਿੱਤਾ, ਜਿਸ 'ਚ 4 ਸਵਾਲ ਲਿਖੇ ਹੋਏ ਸਨ, ਜਿਹੜੇ ਮੰਤਰੀ ਨੇ ਪੜ੍ਹ ਕੇ ਸੁਣਾਏ। ਪਹਿਲਾ ਪ੍ਰਸ਼ਨ, ਚੰਗੇ ਵਿੱਚ ਬੁਰਾ ਕੌਣ ਹੈ? ਦੂਸਰਾ ਪ੍ਰਸ਼ਨ, ਬੁਰੇ ਵਿੱਚ ਚੰਗਾ ਕੌਣ ਹੈ? ਤੀਸਰਾ ਪ੍ਰਸ਼ਨ, ਦੁਕਾਨ ਦਾ ਕੁੱਤਾ ਕੌਣ? ਚੌਥਾ ਪ੍ਰਸ਼ਨ, ਸਿੰਘਾਸਣ ਉੱਤੇ ਗਧਾ ਕੌਣ? ਸਾਰੇ ਸਵਾਲ ਸੁਣ ਕੇ ਰਾਜਾ ਸੋਚ ਵਿੱਚ ਪੈ ਗਿਆ। ਉਹਨੂੰ ਇੱਕਦਮ ਕਿਸੇ ਵੀ ਪ੍ਰਸ਼ਨ ਦਾ ਉੱਤਰ ਨਹੀਂ ਸੁੱਝਿਆ। ਉਹ ਇੱਕਦਮ ਘਬਰਾ ਗਿਆ। ਪਰ ਮੰਤਰੀ ਬੋਲਿਆ, ਮਹਾਰਾਜ, ਘਬਰਾਉਣ ਦੀ ਲੋੜ ਨਹੀਂ। ਆਪਾਂ ਰਾਜੇ ਤੋਂ 3 ਮਹੀਨੇ ਦੇ ਮੋਹਲਤ ਮੰਗਦੇ ਹਾਂ। 3 ਮਹੀਨੇ 'ਚ ਅਸੀਂ ਇਹਨਾਂ 4 ਸਵਾਲਾਂ ਦੇ ਜਵਾਬ ਰਾਜੇ ਨੂੰ ਦੇ ਦਿਆਂਗੇ। ਕੁਛ ਹੀ ਦਿਨਾਂ ਬਾਅਦ ਮੰਤਰੀ ਨੇ ਰਾਜਾ ਭੀਮ ਸੈਨ ਤੋਂ ਆਗਿਆ ਲਈ ਤੇ ਸਵਾਲਾਂ ਦੇ ਜਵਾਬ ਲੱਭਣ ਲਈ ਤੁਰ ਪਿਆ। ਭੇਸ ਬਦਲ ਕੇ ਉਹ ਗੁਆਂਢੀ ਰਾਜ ਵਿੱਚ ਹੀ ਜਾ ਪਹੁੰਚਿਆ। ਉੱਥੇ ਜਾ ਕੇ ਪਹਿਲਾਂ ਉਹਨੇ ਮਕਾਨ ਖਰੀਦਿਆ ਤੇ ਰਹਿਣਾ ਸ਼ੁਰੂ ਕੀਤਾ। ਹੌਲੀ ਹੌਲੀ ਉਹਨੇ ਇੱਕ ਗਾਉਣ ਵਾਲੀ ਔਰਤ ਨਾਲ ਆਪਣੀ ਸਾਂਝ ਬਣਾ ਲਈ। ਉਸ ਤੋਂ ਬਾਅਦ ਉਹਨੇ ਰਾਜ ਦੇ ਵੱਡੇ ਵੱਡੇ ਲੋਕਾਂ ਨੂੰ ਖਾਣੇ ਤੇ ਬੁਲਾਉਣਾ ਸ਼ੁਰੂ ਕਰ ਦਿੱਤਾ। ਇੱਕ ਦਿਨ ਉਹਨੇ ਸ਼ਹਿਰ ਦੇ ਕੋਤਵਾਲ ਨੂੰ ਆਪਣੇ ਘਰ ਬੁਲਾਇਆ ਤੇ ਹੌਲੀ ਹੌਲੀ ਉਸ ਨਾਲ ਨੇੜਤਾ ਬਣਾ ਲਈ। ਕੋਤਵਾਲ ਦੇ ਘਰ ਆਮ ਆਉਣ ਜਾਣ ਕਾਰਨ ਉਹਦੀ ਜਾਣ ਪਛਾਣ ਕੋਤਵਾਲ ਦੀ ਘਰਵਾਲੀ ਨਾਲ ਹੋ ਗਈ ਤੇ ਉਹਦੀ ਘਰਵਾਲੀ ਨੇ ਮੰਤਰੀ ਦੇ ਚੰਗੇ ਸੋਹਣੇ ਰੂਪ ਤੇ ਪੈਸੇ ਨੂੰ ਵੇਖਦਿਆਂ ਆਪਣੀ ਸਹੇਲੀ ਦਾ ਵਿਆਹ ਉਸ ਨਾਲ ਕਰਵਾ ਦਿੱਤਾ। ਹੁਣ ਮੰਤਰੀ ਦੀ ਸਕੀਮ ਸਿਰੇ ਚੜ੍ਹ ਰਹੀ ਸੀ। ਇੱਕ ਦਿਨ ਉਹਨੇ ਕੱਟਿਆ ਹੋਇਆ ਮਤੀਰਾ ਰਾਤ ਨੂੰ ਕੱਪੜੇ 'ਚ ਵਲੇਟ ਕੇ ਘਰ ਲਿਆਂਦਾ ਤੇ ਆਪਣੀ ਘਰਵਾਲੀ ਨੂੰ ਕਹਿਣ ਲੱਗਾ, ਇਹ ਰਾਜਕੁਮਾਰ ਦਾ ਸਿਰ ਹੈ, ਇਹਨੂੰ ਅੰਦਰ ਪੇਟੀ 'ਚ ਸੰਭਾਲ ਕੇ ਰੱਖ ਦੇ, ਪਰ ਖਿਆਲ ਰੱਖੀ ਕਿਸੇ ਨਾਲ ਗੱਲ ਨਾ ਕਰੀ। ਇੰਨਾ ਕਹਿ ਕੇ ਉਹ ਅਗਲੇ ਦਿਨ ਕਿਸੇ ਹੋਰ ਕੰਮ ਲਈ ਘਰੋਂ ਚਲਾ ਗਿਆ। ਭਾਵੇਂ ਮੰਤਰੀ ਨੇ ਆਪਣੀ ਘਰਵਾਲੀ ਨੂੰ ਇਹ ਭੇਦ ਕਿਸੇ ਕੋਲ ਵੀ ਨਾ ਦੱਸਣ ਲਈ ਆਖਿਆ ਸੀ, ਪਰ ਔਰਤ ਦੇ ਮਨ 'ਚ ਗੱਲ ਕਿਵੇਂ ਪਚਦੀ। ਉਹਨੇ ਸਭ ਤੋਂ ਨੇੜੇ ਆਪਣੀ ਸਹੇਲੀ ਕੋਤਵਾਲ ਦੀ ਘਰਵਾਲੀ ਕੋਲ ਜਾ ਕੇ ਇਹ ਗੱਲ ਉਗਲ ਦਿੱਤੀ, ਰਾਤ ਮੇਰੇ ਘਰਵਾਲੇ ਨੇ ਰਾਜਕੁਮਾਰ ਦਾ ਕਤਲ ਕਰ ਦਿੱਤਾ ਹੈ। ਪਰ ਕਿਉਂ? ਉਹਨੇ ਪੁੱਛਿਆ। ਪਤਾ ਨਹੀਂ ਕਿਉਂ, ਪਰ ਉਹ ਕੱਟਿਆ ਸਿਰ ਰਾਤ ਹੀ ਕੱਪੜੇ 'ਚ ਬੰਨ੍ਹ ਕੇ ਲਿਆਇਆ ਤੇ ਪੇਟੀ 'ਚ ਰੱਖਿਆ। ਮੰਤਰੀ ਦੀ ਘਰਵਾਲੀ ਬੋਲੀ। ਮੰਤਰੀ ਦੀ ਘਰਵਾਲੀ ਨੇ ਤਾਂ ਮਨ ਦਾ ਬੋਝ ਹਲਕਾ ਕਰ ਲਿਆ, ਪਰ ਕੋਤਵਾਲ ਦੀ ਘਰਵਾਲੀ ਕੀ ਕਰੇ? ਉਹ ਤੁਰੰਤ ਕੋਤਵਾਲ ਦੇ ਘਰ ਤੇ ਉਹਦੇ ਕੰਨ 'ਚ ਸਾਰੀ ਗੱਲ ਪਰੋ ਦਿੱਤੀ। ਕੋਤਵਾਲ ਨੇ ਆ ਦੇਖਿਆ ਨਾ ਤਾਂ ਤੁਰੰਤ ਸਿਪਾਹੀ ਲੈ ਕੇ ਮੰਤਰੀ ਦੇ ਘਰ ਗਿਆ ਤੇ ਮੰਤਰੀ ਨੂੰ, ਜਿਹੜਾ ਹੁਣੇ ਹੀ ਕਿਸੇ ਕੰਮ ਤੋਂ ਵਾਪਸ ਆਇਆ ਸੀ, ਹੱਥਕੜੀਆਂ ਲਾ ਕੇ ਰਾਜੇ ਦੇ ਦਰਬਾਰ 'ਚ ਹਾਜ਼ਰ ਕਰ ਦਿੱਤਾ। ਰਾਜੇ ਨੇ ਉਹਦਾ ਜੁਰਮ ਸੁਣਿਆ ਤੇ ਉਹਨੂੰ 3 ਦਿਨ ਬਾਅਦ ਫਾਂਸੀ ਦੇਣ ਦਾ ਹੁਕਮ ਕਰਕੇ ਉਹਨੂੰ ਜੇਲ੍ਹ 'ਚ ਡੱਕ ਦਿੱਤਾ। ਜਦੋਂ ਮੰਤਰੀ ਦੀ ਪੁਰਾਣੀ ਵਾਕਫਕਾਰ ਗਾਉਣ ਵਾਲੀ ਨੂੰ ਮੰਤਰੀ ਦੀ ਫਾਂਸੀ ਦੀ ਖਬਰ ਪਤਾ ਲੱਗੀ ਤਾਂ ਉਹਨੇ ਰਾਜੇ ਨੂੰ ਆਪਣਾ ਨ੍ਰਿਤ ਵਿਖਾਉਣ ਦੀ ਪੇਸ਼ਕਸ਼ ਕੀਤੀ। ਰਾਜਾ ਮੰਨ ਗਿਆ। ਉਹ ਗਾਉਣ ਵਾਲੀ ਨੇ
ਆਪਣੀ ਕਲਾ ਨਾਲ ਰਾਜੇ ਦਾ ਮਨ ਖੁਸ਼ ਕਰ ਦਿੱਤਾ। ਰਾਜੇ ਨੇ ਖੁਸ਼ ਹੋ ਕੇ ਉਹਨੂੰ ਕੋਈ ਵਰਦਾਨ ਮੰਗਣ ਲਈ ਕਿਹਾ। ਨਾਚੀ ਨੇ ਰਾਜੇ ਤੋਂ ਮੰਤਰੀ ਦੀ ਜਾਨ ਦੀ ਬਖਸ਼ੀਸ਼ ਮੰਗ ਲਈ। ਭਾਵੇਂ ਬਹੁਤ ਔਖਾ ਕੰਮ ਸੀ, ਪਰ ਰਾਜਾ ਵਚਨ ਦੇ ਚੁੱਕਾ ਸੀ, ਇਸ ਲਈ ਉਹਨੂੰ ਮੰਤਰੀ ਦੀ ਜਾਨ ਬਖਸ਼ਣੀ ਪਈ। ਕੈਦ ਚੋਂ ਬਾਹਰ ਆ ਕੇ ਮੰਤਰੀ ਨੇ ਆਪਣੇ ਰਾਜੇ ਭੀਮ ਸੈਨ ਨੂੰ ਬੁਲਾਇਆ। ਉਹਨੇ ਸੁਨੇਹਾ ਘੱਲਿਆ ਕਿ 4 ਸਵਾਲਾਂ ਦੇ ਜਵਾਬ ਮਿਲ ਗਏ ਸਨ। ਤੁਰੰਤ ਆਓ। ਰਾਜਾ ਭੀਮ ਸੈਨ ਇੱਕਦਮ ਆ ਗਿਆ। ਭੀਮ ਸੈਨ ਨੂੰ ਨਾਲ ਲੈ ਕੇ ਉਹ ਰਾਜ ਦਰਬਾਰ 'ਚ ਗਿਆ। ਰਾਜੇ ਨੂੰ ਕਹਿਣ ਲੱਗਾ, ਮਹਾਰਾਜ, ਤੁਹਾਡੇ 4 ਸਵਾਲਾਂ ਦੇ ਜਵਾਬ ਮਿਲ ਗਏ। ਸੁਣੋ। ਤੁਹਾਡਾ ਪਹਿਲਾ ਸਵਾਲ ਹੈ, ਚੰਗਿਆਂ 'ਚ ਬੁਰਾ ਕੌਣ ਹੈ? ਇਹਦਾ ਉੱਤਰ ਹੈ, ਮੇਰੀ ਪਤਨੀ। ਇਹਨੇ ਮੇਰੇ ਰੋਕਣ ਦੇ ਬਾਵਜੂਦ ਵੀ ਰਾਜਕੁਮਾਰ ਦੇ ਕਤਲ ਦੀ ਗੱਲ ਕੋਤਵਾਲ ਦੀ ਘਰਵਾਲੀ ਨੂੰ ਦੱਸ ਦਿੱਤੀ। ਇਹ ਚੰਗਿਆਂ 'ਚ ਬੁਰੀ ਹੈ। ਤੁਹਾਡਾ ਦੂਸਰਾ ਸਵਾਲ ਹੈ, ਬੁਰਿਆਂ 'ਚ ਚੰਗਾ ਕੌਣ ਹੈ? ਇਹਦਾ ਜਵਾਬ ਹੈ ਕਿ ਉਹ ਗਾਉਣ ਵਾਲੀ, ਜਿਹਨੇ ਮੈਨੂੰ ਚੰਗੀ ਤਰ੍ਹਾਂ ਨਾ ਜਾਣਦੇ ਹੋਏ ਵੀ ਮੈਨੂੰ ਛੁਡਵਾਇਆ। ਇੱਕ ਗਾਉਣ ਵਾਲੀ ਹੁੰਦੇ ਵੀ ਉਹ ਇਹਦੇ ਅੰਦਰ ਸੁਹਿਰਦ ਮਨ ਹੈ। ਇਹ ਬੁਰਿਆਂ 'ਚ ਚੰਗੀ ਔਰਤ ਹੈ। ਤੁਹਾਡਾ ਤੀਜਾ ਸਵਾਲ ਸੀ ਕਿ ਦੁਕਾਨ ਦਾ ਕੁੱਤਾ ਕੌਣ ਹੈ? ਇਹਦਾ ਜਵਾਬ ਹੈ, ਕੋਤਵਾਲ, ਜਿਹਨੇ ਮੈਨੂੰ ਜਾਣਦੇ ਬੁੱਝਦੇ ਵੀ ਰਾਜਕੁਮਾਰ ਦੇ ਕਤਲ 'ਚ ਫੜ ਲਿਆ ਤੇ ਤੁਹਾਡੇ ਕੋਲ ਪੇਸ਼ ਕਰ ਦਿੱਤਾ। ਇਹਨੇ ਕਿਹੜੀ ਗੱਲ ਠੀਕ ਹੈ ਜਾਂ ਗਲਤ ਹੈ ਦਾ ਪਤਾ ਲਾਏ ਬਿਨਾਂ ਹੀ ਹੱਥਕੜੀ ਲਾ ਲਈ। ਤੇ ਚੌਥਾ ਸਵਾਲ ਹੈ, ਸਿੰਘਾਸਣ ਦਾ ਗਧਾ ਕੌਣ ਹੈ? ਮਹਾਰਾਜਾ, ਮਾਫ ਕਰਨਾ, ਉਹ ਤੁਸੀਂ ਹੋ। ਤੁਸੀਂ ਇਹ ਪਤਾ ਲਾਏ ਬਿਨਾਂ ਕਿ ਕਿਹੜੇ ਰਾਜਕੁਮਾਰ ਦਾ ਸਿਰ ਵੱਢਿਆ ਹੈ, ਮੈਨੂੰ ਫਾਂਸੀ ਦੀ ਸਜ਼ਾ ਦੇ ਕੇ ਜੇਲ੍ਹ 'ਚ ਸੁੱਟ ਦਿੱਤਾ। ਆਖਰੀ ਪ੍ਰਸ਼ਨ ਦਾ ਉੱਤਰ ਸੁਣ ਕੇ ਰਾਜਾ ਬਹੁਤ ਹੀ ਸ਼ਰਮਿੰਦਾ ਹੋਇਆ ਤੇ ਆਪਣੀ ਗਲਤੀ ਦੀ ਖਿਮਾ ਮੰਗਦੇ ਹੋਏ ਭੀਮ ਸੈਨ ਤੇ ਉਹਦੇ ਮੰਤਰੀ ਨੂੰ ਬੜੇ ਆਦਰ ਸਹਿਤ ਵਿਦਾ ਕੀਤਾ। ਧੰਨਵਾਦ। ਮਖਮਲ ਦੇ ਪੱਤੇ ਦੀ ਅਖੀਰਲੀ ਕਹਾਣੀ ਪੰਜਾਬ ਦੀ ਕਹਾਣੀ ਹੈ, 4 ਕੁੱਜੀਆਂ। ਸਿਆਲ ਦੀ ਕੋਸੀ ਕੋਸੀ ਰੁੱਤ ਸੀ। ਸੂਰਜ ਆਪਣੀਆਂ ਨਿੱਘੀਆਂ ਕਿਰਨਾਂ ਧਰਤੀ 'ਤੇ ਸੁੱਟ ਰਿਹਾ ਸੀ, ਜਿਸ ਨਾਲ ਸਾਰੀ ਬਨਸਪਤੀ ਖਿੜੀ ਪਈ ਸੀ। ਖੇਤਾਂ ਦੇ ਨਾਲ ਲੱਗਦੀ ਪਗਡੰਡੀ ਉੱਤੇ 2 ਸਾਧੂ ਤੁਰੇ ਜਾ ਰਹੇ ਸੀ। ਉਹਨਾਂ ਦੇ ਕੱਪੜੇ ਗੇਰੂਏ ਰੰਗ ਦੇ ਸੀ ਤੇ ਉਹਨਾਂ ਦੇ ਚਿਹਰੇ ਵੱਲ ਤੱਕਿਆਂ ਮਹਿਸੂਸ ਹੁੰਦਾ ਸੀ ਕਿ ਉਹ ਬਹੁਤ ਪਹੁੰਚੇ ਹੋਏ ਸਾਧੂ ਹਨ। ਤੁਰਦੇ ਤੁਰਦੇ ਉਹ ਇੱਕ ਖੇਤ ਕੋਲੋਂ ਲੰਘੇ ਤਾਂ ਉਹਨਾਂ ਨੂੰ ਕਿਸੇ ਦੇ ਗਾਉਣ ਦੀ ਆਵਾਜ਼ ਸੁਣਾਈ ਦਿੱਤੀ। ਬਹੁਤ ਸੋਹਣੀ ਆਵਾਜ਼ ਸੀ, ਜਿਸ ਵੱਲ ਅਚਾਨਕ ਹੀ ਉਹਨਾਂ ਦਾ ਧਿਆਨ ਖਿੱਚਿਆ ਗਿਆ। ਉਹਨਾਂ ਨੇ ਵੇਖਿਆ ਖੇਤਾਂ 'ਚ ਇੱਕ ਕਿਸਾਨ ਆਪਣੀ ਲੋਰ 'ਚ ਮਸਤ ਹਲ ਵਾਹ ਰਿਹਾ ਹੈ, ਨਾਲੋਂ ਨਾਲ ਗਾਈ ਜਾ ਰਿਹਾ ਹੈ। ਉਹਦੀ ਸਿਹਤ ਬਹੁਤ ਹੀ ਵਧੀਆ ਸੀ, ਪਸੀਨੇ ਨਾਲ ਭਿੱਜਿਆ ਉਹਦਾ ਸਰੀਰ ਬਹੁਤ ਹੀ ਸੋਹਣਾ ਵਿਖਾਈ ਦਿੰਦਾ ਸੀ। ਉਹਦੇ ਬਲਦ ਵੀ ਬੜੇ ਤਕੜੇ ਸੀ। ਸਾਧੂਆਂ ਨੇ ਬਹੁਤ ਹੀ ਧਿਆਨ ਨਾਲ ਉਸ ਨੌਜਵਾਨ ਮੁੰਡੇ ਵੱਲ ਵੇਖਿਆ ਤੇ ਆਪਣੇ ਰਾਹ ਪੈ ਗਏ। ਇਸ ਗੱਲ ਨੂੰ 2-3 ਸਾਲ ਬੀਤ ਗਏ। ਬਹਾਰਾਂ ਆਈਆਂ, ਫੁੱਲ ਖਿੜੇ, ਪਤਝੜ ਆਈਆਂ, ਫੁੱਲ ਪੱਤੇ ਝੜ ਗਏ। ਸਾਧੂ ਫਿਰ ਉਸੇ ਰਸਤੇ ਤੋਂ ਗੁਜ਼ਰੇ, ਉਸੇ ਖੇਤ ਕੋਲੋਂ ਲੰਘੇ ਤਾਂ ਉਹਨਾਂ ਨੂੰ ਉਸੇ ਨੌਜਵਾਨ ਦੀ ਯਾਦ ਹੋ ਆਈ। ਉਹਨਾਂ ਨੇ ਖੇਤ ਵੱਲ ਨਿਗਾਹ ਮਾਰੀ। ਉੱਥੇ ਇੱਕ ਮਾੜਚੂ ਜਿਹਾ ਆਦਮੀ ਹਲ ਵਾਹ ਰਿਹਾ ਸੀ। ਉਹਦੇ ਬਲਦ ਵੀ ਬੜੇ ਮਾੜੇ ਸੀ। ਉਹ ਮਸਾਂ ਹੀ ਹਲ ਖਿੱਚਦੇ, ਕਿਸਾਨ ਵਾਰੀ-ਵਾਰੀ ਉਹਨਾਂ ਦੇ ਪ੍ਰਾਣੀ ਮਾਰਦਾ। ਸਾਧੂ ਬੜੇ ਹੈਰਾਨ ਹੋਏ। ਉਹਨਾਂ ਨੇ ਉਸ ਆਦਮੀ ਨੂੰ ਆਪਣੇ ਕੋਲ ਸੱਦਿਆ ਤੇ ਪੁੱਛਿਆ, ਭਗਤਾ, ਕੀ ਗੱਲ ਹੈ? ਅਸੀਂ 2-3 ਸਾਲ ਪਹਿਲਾਂ ਇੱਥੋਂ ਲੰਘੇ ਸੀ ਤਾਂ ਤੂੰ ਹਲ ਵਾਹੁੰਦਾ ਗੀਤ ਗਾਉਂਦਾ ਸੀ। ਤੇਰਾ ਸਰੀਰ ਵੇਖ ਕੇ ਭੁੱਖ ਲੈਂਦੀ ਸੀ। ਤੇਰੇ ਬਲਦ ਹੱਟੇ ਕੱਟੇ ਸੀ ਤੇ ਹਲ ਨੂੰ ਖੇਤਾਂ 'ਚ ਭਜਾਈ ਫਿਰਦੇ ਸੀ। ਪਰ ਹੁਣ ਤੇਰਾ ਇਹ ਹਾਲ ਹੈ ਕਿ ਤੇਰੇ ਸਰੀਰ ਦੀਆਂ ਹੱਡੀਆਂ ਦਿਸਦੀਆਂ, ਤੇਰੇ ਬਲਦ ਤੋਂ ਹਲ ਵੀ ਨਹੀਂ ਖਿੱਚਿਆ ਜਾਂਦਾ। ਅਜਿਹੀ ਕੀ ਗੱਲ ਹੋ ਗਈ? ਆਦਮੀ ਨੇ ਡੂੰਘਾ ਹੌਕਾ ਲਿਆ ਤੇ ਆਪਣਾ ਅਤੀਤ ਯਾਦ ਕਰਕੇ ਬੋਲਿਆ, ਮਹਾਰਾਜ, ਜਦੋਂ ਤੁਸੀਂ ਮੈਨੂੰ ਉਦੋਂ ਵੇਖਿਆ ਹੋਏਗਾ, ਉਦੋਂ ਮੇਰੀ ਮਾਂ ਜਿਉਂਦੀ ਸੀ। ਸਾਡੇ ਘਰ ਲਹਿਰਾਂ ਬਹਿਰਾਂ ਸਨ। ਮਾਂ ਮੈਨੂੰ ਰੋਟੀ ਨਾਲ ਕੌਲੀ ਘਿਓ ਦੀ ਭਰ ਕੇ ਘੱਲਦੀ ਸੀ ਤੇ ਨਾਲ ਲੱਸੀ ਦਾ ਛੰਨਾ। ਫਿਰ ਮੇਰੀ ਮਾਂ ਮਰ ਗਈ। ਮੇਰਾ ਵਿਆਹ ਹੋ ਗਿਆ। ਮੇਰੀ ਕਿਸਮਤ ਹੀ ਜਿਵੇਂ ਹਾਰ ਗਈ। ਸਾਡੇ ਘਰ ਗਰੀਬੀ ਨੇ ਡੇਰਾ ਪਾ ਲਿਆ। ਮੇਰੀ ਘਰਵਾਲੀ ਨੇ ਮੇਰੇ ਬਲਦਾਂ ਦੀ ਸੇਵਾ ਕਰਨੀ ਛੱਡ ਦਿੱਤੀ। ਮੈਨੂੰ ਵੀ ਇਹ ਰੋਟੀ ਗੰਢੇ ਪਿਆਜ਼ ਨਾਲ ਘੱਲਣ ਲੱਗ ਪਈ। ਪਰ ਇਹ ਸਾਰਾ ਕਸੂਰ ਤਾਂ ਮੇਰੀ ਮਾੜੀ ਕਿਸਮਤ ਦਾ ਹੀ ਹੈ। ਇੰਨਾ ਕਹਿ ਕੇ ਉਹਨੇ ਫਿਰ ਠੰਡਾ ਸਾਹ ਭਰਿਆ। ਪਰ ਭਗਤਾ, ਇਹ ਕਸੂਰ ਤੇਰੀ ਮਾੜੀ ਕਿਸਮਤ ਦਾ ਨਹੀਂ, ਤੇਰੀ ਮਾੜੀ ਤੀਵੀਂ ਦਾ ਹੈ।
ਉਹ ਆਪ ਅਜੇ ਵੀ ਚੰਗੇ ਚੰਗੇ ਪਕਵਾਨ ਬਣਾ ਬਣਾ ਕੇ ਖਾਂਦੀ ਹੈ। ਨਹੀਂ ਮਹਾਰਾਜ, ਉਹ ਇਹੋ ਜਿਹੀ ਨਹੀਂ। ਚੰਗਾ, ਸਾਧੂ ਬੋਲਿਆ। ਇਹ ਲੈ 4 ਕੁੱਜੀਆਂ, ਇਹਨਾਂ ਨੂੰ ਘਰੇ ਜਾ ਕੇ ਆਲੇ 'ਚ ਰੱਖ ਦੇਈਂ, ਫਿਰ ਵੇਖੀ ਤਮਾਸ਼ਾ। ਸਾਧੂ ਉਹਨੂੰ 4 ਕੁੱਜੀਆਂ ਦੇ ਕੇ ਆਪਣੇ ਰਾਹ ਪੈ ਗਏ। ਕਿਸਾਨ ਨੇ 4 ਕੁੱਜੀਆਂ ਲਿਆ ਕੇ ਆਲੇ 'ਚ ਰੱਖ ਦਿੱਤੀਆਂ। ਅਗਲੇ ਦਿਨ ਰੋਜ਼ ਵਾਂਗ ਹੀ ਉਹ ਹਲ ਚੁੱਕ ਕੇ ਖੇਤਾਂ 'ਚ ਚਲਾ ਗਿਆ। ਦੁਪਹਿਰ ਦੀ ਰੋਟੀ ਦਾ ਵੇਲਾ ਹੋਇਆ ਤਾਂ ਉਹਦੀ ਘਰਵਾਲੀ ਨੇ ਆਪਣੇ ਲਈ ਖੀਰ ਕੜਾਹ ਬਣਾਇਆ, ਪਰ ਉਹਨੇ ਸੋਚਿਆ ਕਿ ਪਹਿਲਾਂ ਘਰ ਵਾਲੇ ਲਈ ਸੁੱਕੀਆਂ ਮੰਨੀਆਂ ਥੱਪ ਕੇ ਘੱਲ ਦੇ, ਫਿਰ ਉਹ ਇਹ ਖੀਰ ਕੜਾਹ ਛਕੇਗੀ। ਇਹ ਸੋਚ ਕੇ ਉਹਨੇ ਖੀਰ ਕੜਾਹ ਆਲੇ 'ਚ ਰੱਖਿਆ ਤੇ ਘਰ ਵਾਲੇ ਲਈ ਸੁੱਕੀਆਂ ਸੜੀਆਂ ਰੋਟੀਆਂ ਪਕਾ ਕੇ ਘੱਲ ਦਿੱਤੀਆਂ। ਹੁਣ ਤਸੱਲੀ ਨਾਲ ਉਹਨੇ ਆਲੇ ਦੀ ਤਾਕੀ ਖੋਲ੍ਹੀ ਤਾਂ ਇੱਕ ਕੁੱਜੀ ਵਿੱਚੋਂ ਆਵਾਜ਼ ਆਈ, ਨੀ ਭੈਣੇ, ਕੀ ਕਰਦੀ ਐ? ਦੂਜੀ ਬੋਲੀ, ਨੀ ਖਾਣੇ ਨੂੰ ਕੁਝ ਕਰਦੀ ਆ। ਤੀਜੀ 'ਚੋਂ ਫੇਰ ਆਵਾਜ਼ ਆਈ, ਖਾਣੇ ਨੂੰ ਕੁਝ ਕਰਦੀ ਆ, ਪਰ ਖਸਮੇ ਤੋਂ ਵੀ ਡਰਦੀ ਆ। ਹੁਣ ਚੌਥੀ ਕੁੱਜੀ ਦੀ ਆਵਾਜ਼ ਆਈ, ਜੇ ਖਸਮੇ ਤੋਂ ਡਰੇ ਤਾਂ ਇਹ ਕੰਮ ਕਿਉਂ ਕਰੇ? ਚਾਰਾਂ ਦਾ ਇਹੋ ਬੋਲਣਾ ਸੀ ਕਿ ਕਿਸਾਨ ਦੀ ਘਰ ਵਾਲੀ ਭੂਤ ਭੂਤ ਦਾ ਰੌਲਾ ਪਾਉਂਦੀ ਬਾਹਰ ਨੂੰ ਭੱਜੀ। ਲੋਕ ਇਕੱਠੇ ਹੋ ਗਏ। ਆਂਢ ਗੁਆਂਢ 'ਚੋਂ ਬੰਦੇ ਬੁੜੀਆਂ ਭੱਜੇ ਆਏ, ਪਰ ਕੋਈ ਆਲੇ ਕੋਲ ਜਾਣ ਦਾ ਹੌਸਲਾ ਨਹੀਂ ਸੀ ਕਰਦਾ। ਕਿਸਾਨ ਨੂੰ ਵੀ ਖੇਤਾਂ 'ਚੋਂ ਬੁਲਾਇਆ ਗਿਆ। ਉਹ ਜੇ ਰੋਟੀ ਖਾਣ ਨੂੰ ਬੈਠਾ ਹੀ ਸੀ ਕਿ ਰੋਟੀ ਚੁੱਕੀ ਫਟਾਫਟ ਘਰ ਭੱਜਿਆ ਆਇਆ। ਅੱਗੇ ਉਹਦੇ ਘਰ ਸਾਰਾ ਪਿੰਡ ਇਕੱਠਾ ਹੋਇਆ ਪਿਆ ਸੀ। ਉਹਨੇ ਆਲੇ ਕੋਲ ਜਾ ਕੇ ਵੇਖਿਆ, ਅੰਦਰ ਖੀਰ ਕੜਾਹ 'ਚੋਂ ਭਾਫਾਂ ਉੱਠ ਰਹੀਆਂ ਸੀ। ਉਹਨੇ ਪਿੰਡ ਵਾਲਿਆਂ ਨੂੰ ਸੁੱਕੀ ਰੋਟੀ ਵਿਖਾਈ ਤੇ ਕਹਿਣ ਲੱਗਾ, ਵੇਖੋ ਭਰਾਓ, ਮੈਨੂੰ ਇਹਨੇ ਖਾਣ ਲਈ ਆਹ ਸੁੱਕੀ ਰੋਟੀ ਗੰਢੇ ਨਾਲ ਭੇਜੀ ਹੈ ਤੇ ਆਪਣੇ ਖਾਣ ਲਈ ਆਹ ਪਕਵਾਨ ਰੱਖੇ ਨੇ। ਇੰਨਾ ਕਹਿੰਦਿਆਂ ਹੀ ਉਹਨੇ ਘਰ ਵਾਲੀ ਨੂੰ ਘਰੋਂ ਬਾਹਰ ਕੱਢ ਦਿੱਤਾ। ਘਰ ਵਾਲੀ ਦੇ ਮਿੰਨਤਾਂ ਕਰਨ ਤੇ ਆਪਣੀ ਗਲਤੀ ਮੰਨਣ ਤੇ ਪਿੰਡ ਵਾਲਿਆਂ ਨੇ ਉਹਨੂੰ ਘਰ ਰੱਖਣ ਲਈ ਕਿਹਾ। ਹੁਣ ਉਹਨੂੰ ਸਮਝ ਲੱਗ ਗਈ ਕਿ ਪਤੀ ਸੇਵਾ ਹੀ ਉੱਤਮ ਸੇਵਾ ਹੈ। ਕਈ ਮਹੀਨਿਆਂ ਮਗਰੋਂ ਜਦੋਂ ਸਾਧੂ ਫੇਰ ਉਸ ਰਸਤੇ ਲੰਘੇ ਤਾਂ ਹੁਣ ਕਿਸਾਨ ਦੀ ਸਿਹਤ ਫੇਰ ਸੁਧਰ ਗਈ ਸੀ। ਉਹ ਸਾਧਾਂ ਵੱਲ ਵੇਖਦੇ ਹੀ ਉਹਨਾਂ ਦੇ ਪੈਰਾਂ ਤੇ ਆ ਡਿੱਗਿਆ। ਧੰਨਵਾਦ।